ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀਨ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਬਚਨ ਅੱਜ ਦੇ ਸ਼ਲੋਕ 11 ਔਰ 12 ਨੰਬਰ ਆਪ ਜੀ ਨੇ ਸਰਵਣ ਕੀਤੇ। ਸਰੀਰ ਦਾ ਵਿਗਿਆਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੱਸ ਰਹੇ ਨੇ, ਕਿਉਂਕਿ ਸਰੀਰ ਜਿਹੜਾ ਹੈ, ਜਿੰਨਾ ਚਿਰ ਇਹਦੀ ਅਸਲੀਅਤ ਦਾ ਪਤਾ ਨਹੀਂ ਲੱਗਦਾ, ਮਨੁੱਖ ਸਮਝਦਾ ਮੈਂ ਸਰੀਰ ਹਾਂ, ਆਪਣੇ ਆਪ ਨੂੰ ਹੱਥ ਪੈਰ ਮਾਸ ਹੱਡੀਆਂ ਸਮਝ ਲੈਂਦਾ। ਇਹ ਪਹਿਲਾ ਭਰਮ ਹੈ ਕਿ ਅਸੀਂ ਆਪਣੇ ਸਰੀਰ ਨੂੰ ਆਪਣਾ ਆਪ ਸਮਝ ਲੈਂਦੇ ਹਾਂ। ਜਿਵੇਂ ਦਾ ਸਾਡਾ ਸਰੀਰ ਹੈ ਉਵੇਂ ਦਾ ਅਸੀਂ ਆਪਣੇ ਆਪ ਨੂੰ ਸਮਝਦੇ ਹਾਂ। ਇਹ ਭਰਮ ਤੋੜਨ ਵਾਸਤੇ ਜ਼ਰੂਰੀ ਹੋ ਗਿਆ ਗੁਰਬਾਣੀ ਵਿੱਚ ਦੱਸਣਾ, ਇੱਕ ਧਰਮੀ ਮਨੁੱਖ ਨੂੰ ਸਮਝਾਉਣਾ ਕਿ ਸਰੀਰ ਦਾ ਗਿਆਨ ਜਾਣਕਾਰੀ ਜ਼ਰੂਰੀ। ਸਰੀਰ 5 ਤੱਤਾਂ ਦਾ ਬਣਿਆ। ਵੈਸੇ ਤੇ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਹਨ ਜਪਜੀ ਸਾਹਿਬ ਵਿੱਚ ਕਿ ਜਿਉਂ-ਜਿਉਂ ਮਨੁੱਖ ਪਹਿਲਾਂ ਗੁਰੂ ਕੇ ਸ਼ਬਦ ਦੀ ਕਮਾਈ ਕਰਦਾ, ਨਾਮ ਨਾਲ ਜੁੜਦਾ, ਜਿਉਂ-ਜਿਉਂ ਨਾਮ ਦੇ ਨਾਲ ਉਹਦੀ ਸਾਂਝ, ਉਹਦੀ ਗੰਢ ਬਣਦੀ ਜਾਏ, ਪਿਆਰ ਬਣਦਾ ਜਾਏ, ਤੇ ਸਹਿਜੇ ਸਹਿਜੇ ਉਹ ਨਾਮ ਉਹਨੂੰ ਆਪਣੇ ਸਰੀਰ ਵਿੱਚੋਂ ਸੁਣੀਦਾ ਹੈ। ਅੰਦਰੋਂ ਉਹਦੀ ਆਵਾਜ਼ ਉਹਦੀ ਪਕੜ ਵਿੱਚ ਆ ਜਾਂਦੀ। ਇਸ ਨੂੰ ਵਰਣਨ ਕਰਨ ਵਾਸਤੇ 4 ਪੌੜੀਆਂ ਜਪਜੀ ਸਾਹਿਬ ਦੀਆਂ ਗੁਰੂ ਨਾਨਕ ਸਾਹਿਬ ਨੇ ਉਚਾਰੀਆਂ, ਜਿਹਦੇ ਵਿੱਚ ਕਹਿੰਦੇ ਨੇ ਸੁਣਨ ਨਾਲ ਸੱਤ ਦੀ ਪ੍ਰਾਪਤੀ ਹੁੰਦੀ ਹੈ, ਸੰਤੋਖ ਆਪਣੇ ਆਪ ਆ ਜਾਂਦਾ, ਗਿਆਨ ਆਪਣੇ ਆਪ ਆ ਜਾਂਦਾ। ਜਿਹਨੇ ਅੰਦਰੋਂ ਸੁਣ ਲਿਆ, ਆਹ ਤੇ ਅਸੀਂ ਰੋਜ਼ ਬਾਹਰੋਂ ਸੁਣਦੇ ਹੀ ਹਾਂ। ਸੁਣਿਆ ਸਤ ਸੰਤੋਖ ਗਿਆਨ, ਕਹਿੰਦੇ ਸੁਣਿਆ 68 ਕਾ ਇਸ਼ਨਾਨ। ਇਹਦੇ ਵਿੱਚ ਇੱਕ ਪੰਕਤੀ ਹੈ, ਕਹਿੰਦੇ ਸੁਣਿਆ ਜੋਗ ਜੁਗਤ ਤਨ ਭੇਦ। ਤਨ ਦੇ ਭੇਦ, ਤਨ ਦੀਆਂ ਰਮਜਾਂ, ਸਰੀਰ ਦੇ ਭੇਦ ਉਸ ਬੰਦੇ ਨੂੰ ਆ ਜਾਂਦੇ ਨੇ ਜਿਹੜਾ ਨਾਮ ਸੁਣਨ ਲੱਗ ਪੈਂਦਾ। ਕਿਉਂਕਿ ਇਹ ਗਰਾਊਂਡ ਹੈ ਸਾਧ ਸੰਗਤ, ਜਿੱਥੇ ਜਿਵੇਂ ਖਿਡਾਰੀ ਨੇ ਜਦੋਂ ਖੇਡਣਾ ਹੁੰਦਾ ਨਾ ਕਿਸੇ ਗਰਾਊਂਡ ਵਿੱਚ, ਕਿਸੇ ਮੈਦਾਨ ਵਿੱਚ, ਤੇ ਉਹ ਖੇਡਣ ਤੋਂ, ਮੈਚ ਤੋਂ ਪਹਿਲਾਂ ਕੀ ਕਰਦਾ, ਉਸ ਸਾਰੇ ਗਰਾਊਂਡ ਨੂੰ ਚੰਗੀ ਤਰ੍ਹਾਂ ਵੇਖਦਾ, ਕਿਤੇ ਉੱਚਾ ਨੀਵਾਂ ਤੇ ਨਹੀਂ, ਕਿਤੇ ਟੋਇਆ ਟਿੱਬਾ ਤੇ ਨਹੀਂ ਇਸ ਗਰਾਊਂਡ ਵਿੱਚ ਜਿਹਦੇ ਵਿੱਚ ਉਹਨੇ ਗੇਮ ਖੇਡਣੀ, ਖੇਡ ਖੇਡਣੀ। ਗਰਾਊਂਡ ਬੜਾ ਸੋਹਣਾ ਚਾਹੀਦਾ ਖੇਡਣ ਵਾਸਤੇ, ਸਾਫ਼ ਹੋਣਾ ਚਾਹੀਦਾ। ਗਰਾਊਂਡ ਹੀ ਉਥਲ ਪੁਥਲ ਹੈ ਤੇ ਖੇਡੇਗਾ ਕਿ ਭਾਵੇਂ ਕਿੰਨਾ ਯੋਗ ਵਿਦਿਆਰਥੀ ਹੈ, ਕਿੰਨਾ ਯੋਗ ਖਿਡਾਰੀ ਹੈ, ਬੜਾ ਚੰਗਾ ਖੇਡਣਾ ਜਾਣਦਾ, ਉਹਨੂੰ ਕਿਸੇ ਉਥਲ ਪੁਥਲ ਜਾਂ ਟੋਏ ਟਿੱਬਿਆਂ ਵਾਲੇ ਗਰਾਊਂਡ ਵਿੱਚ, ਮੈਦਾਨ ਦੇ ਵਿੱਚ ਕਬੱਡੀ ਖੇਡਣ ਵਾਸਤੇ ਭੇਜ ਦਿਓ, ਹਾਕੀ ਖੇਡਣ ਲਈ ਭੇਜ ਦਿਓ, ਉਹਦੀ ਸਾਰੀ ਕਲਾ ਉਹਦੇ ਵਿੱਚ ਬੇਕਾਰ ਹੋ ਜਾਂਦੀ ਹੈ, ਖਤਮ ਹੋ ਜਾਂਦੀ, ਕਰ ਹੀ ਕੁਝ ਨਹੀਂ ਸਕਦਾ, ਚੰਗੀ ਤਰ੍ਹਾਂ ਖੇਡ ਨਹੀਂ ਸਕਦਾ। ਸਰੀਰ ਹੈ ਸਾਡਾ ਗਰਾਊਂਡ, ਇਹ ਹੈ ਸਾਡੇ ਜੀਵਨ ਦੀ ਖੇਡ ਖੇਡਣ ਦੀ ਇੱਕ ਮੈਦਾਨ ਹੈ। ਇਹਨੂੰ ਪਹਿਲਾਂ ਸਵਾਰਾ ਕਰਨਾ ਅਤ ਜ਼ਰੂਰੀ, ਠੀਕ ਕਰਨਾ ਅਤ ਜ਼ਰੂਰੀ। ਤਾਂ ਹੀ ਬਾਬਾ ਫਰੀਦ ਸਾਹਿਬ ਨੇ ਕਿਹਾ ਪਹਿਲਾਂ ਮੈਦਾਨ ਤੇ ਠੀਕ ਕਰ। ਉਹ ਮੈਦਾਨ ਭਾਵੇਂ ਮਨ ਕਿਹਾ, ਮਨ ਵੀ ਤੇ ਸਰੀਰ ਨਾਲ ਹੀ ਜੁੜਿਆ ਹੋਇਆ। ਫਰੀਦਾ ਮਨ ਮੈਦਾਨ ਕਰ, ਟੋਏ ਟਿੱਬੇ ਲਾਹੇ। ਪਹਿਲਾਂ ਆਪਣੇ ਮਨ ਤੇ ਤਨ ਰੂਪੀ ਮੈਦਾਨ ਨੂੰ ਸੋਧ ਚੰਗੀ ਤਰ੍ਹਾਂ। ਜਿਸ ਮਨ ਅਤੇ ਤਨ ਦੇ ਵਿੱਚ ਤੂੰ ਨਾਮ ਦੀ ਖੇਡ ਰਚਣੀ, ਸ਼ੁਰੂ ਕਰਨੀ, ਤਾਂ ਤਨ ਦਾ ਪਤਾ ਹੋਣਾ ਅਤ ਜ਼ਰੂਰੀ ਹੈ, ਮੈਦਾਨ ਦੀ ਸਮਝ ਹੋਣੀ ਬੜੀ ਜ਼ਰੂਰੀ। ਤਨ
ਫਿਰ ਬੜਾ ਜਿਹੜੇ ਲੋਕ ਧਰਮ ਕਮਾਉਂਦੇ ਨੇ, ਨਾਮ ਨਾਲ ਜੁੜਦੇ ਨੇ, ਉਹਨਾਂ ਨੂੰ ਸਭ ਤੋਂ ਜ਼ਿਆਦਾ ਸਰੀਰ ਦਾ ਖਿਆਲ ਰੱਖਣਾ ਪੈਂਦਾ। ਖਾਣਾ ਕੀ ਹੈ, ਨੀਂਦ ਕਿੰਨੀ ਲੈਣੀ ਹੈ, ਜਾਗਣਾ ਕਿੰਨਾ ਕੁ ਹੈ, ਕੰਮ ਕਿੰਨਾ ਕੁ ਕਰਨਾ, ਬੋਲਣਾ ਕਿੰਨਾ ਹੈ, ਵੇਖਣਾ ਕਿਤਨਾ ਹੈ, ਸੁਣਨਾ ਕੀ ਹੈ, ਪਹਿਨਣਾ ਕਿਵੇਂ ਦਾ। ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਧਰਮੀ ਬੰਦਾ ਧਿਆਨ ਨਹੀਂ ਰੱਖਦਾ, ਪਹਿਲੀ ਗੱਲ ਤੇ ਸਾਧ ਸੰਗਤ ਬਹੁਤੇ ਧਰਮੀ ਬੰਦੇ ਸਿਰਫ ਧਰਮੀ ਹੁੰਦੇ ਨੇ, ਧਰਮ ਉਹਨਾਂ ਕੋਲ ਨਹੀਂ ਹੁੰਦਾ, ਕਮਾਈ ਉਹਨਾਂ ਕੋਲ ਨਹੀਂ ਹੁੰਦੀ, ਤੁਰਨ ਵਾਲੇ ਨਹੀਂ। ਜਿਵੇਂ ਸ਼ਾਮ ਬੇਨਤੀ ਕੀਤੀ ਸੀ ਕਿ ਮਾਰਗ ਬਣਾਇਆ, ਸਤਿਗੁਰੂ ਨੇ ਕਿਹਾ ਗਤ ਸ਼ਬਦ ਵਰਤਿਆ ਤੇ ਇਹ ਸਿਮਰਤ ਗਤ ਹੋਏ। ਕੱਲ ਦਾ ਵਿਸ਼ਾ ਹੀ ਗਤੀ ਦਾ ਸੀ, ਚਾਲ ਦਾ ਸੀ, ਸਪੀਡ, ਸਫ਼ਰ ਕਰਨਾ ਤੇ ਗਤੀ, ਤੁਰਨਾ। ਇਹਦੇ ਵਿੱਚ ਦੋ ਚੀਜ਼ਾਂ ਕੰਮ ਦਿੰਦੀਆਂ ਨੇ, ਇੱਕ ਮੰਜ਼ਿਲ ਤੇ ਇੱਕ ਮਾਰਗ। ਤੇ ਜੇ ਉਸ ਮਾਰਗ ਦੇ ਉੱਤੇ ਕੋਈ ਤੁਰੇ ਨਾ, ਇੱਕੋ ਥਾਂ ਤੇ ਬੈਠਾ ਰਿਹਾ, ਉਹਦੀ ਗਤੀ ਖਤਮ ਹੋ ਗਈ। ਉਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਗਤੀ ਵਿੱਚ ਆ ਸਿਮਰਨ ਕਰ। ਜਿਹੜੇ ਤੁਰਨ ਵਾਲੇ ਨੇ ਉਹਨਾਂ ਦੀ ਗੱਲ ਹੈ, ਉਹ ਕਹਿ ਰਹੇ ਨੇ ਸਰੀਰ ਦਾ ਧਿਆਨ ਉਹਨਾਂ ਨੂੰ ਰੱਖਣਾ ਪੈਂਦਾ। ਪਹਿਲੀ ਜਿਹੜੀ ਚੀਜ਼ ਹੈ, ਭਾਵੇਂ ਆਪਾਂ ਸੰਸਾਰ ਦਾ ਕੋਈ ਕੰਮ ਕਰੀਏ, ਭਾਵੇਂ ਧਰਮ ਦਾ, ਜਿਹੜੀ ਪਹਿਲੀ ਚੀਜ਼ ਕੰਮ ਆਉਣ ਵਾਲੀ ਉਹ ਤੇ ਹੈ ਹੀ ਸਰੀਰ, ਉਹ ਤੇ ਬਾਡੀ ਤੋਂ ਗੱਲ ਸ਼ੁਰੂ ਹੁੰਦੀ ਹੈ। ਤਾਂ ਸਭ ਤੋਂ ਪਹਿਲਾਂ ਤਨ, ਇਸ ਕਰਕੇ ਤਨ ਦੇ ਉੱਤੋਂ ਗੱਲ ਸ਼ੁਰੂ ਕੀਤੀ ਸਭ ਤੋਂ ਪਹਿਲਾਂ। ਕਿਵੇਂ ਦਾ ਵੇਖਣਾ, ਸੁਣਨਾ, ਬੋਲਣਾ, ਖਾਣਾ ਪੀਣਾ, ਰਹਿਣ ਸਹਿਣ, ਨੀਂਦ ਤੇ ਜਾਗਣਾ ਕਿਵੇਂ ਦਾ, ਸਰੀਰ ਦੀ ਸਫਾਈ ਕਿਵੇਂ ਰੱਖਣੀ, ਇਹ ਸਾਰੀਆਂ ਚੀਜ਼ਾਂ ਧਰਮੀ ਬੰਦੇ ਨੂੰ ਸਿਖਾਈਆਂ ਜਾਂਦੀਆਂ ਨੇ। ਜੇ ਇਹ ਸ਼ੁੱਧ ਨਹੀਂ, ਉਹ ਤੇ ਗੱਲ ਬੜੀ ਅੱਗੇ ਹੈ ਨਾ। ਜਿੱਥੇ ਜਾ ਕੇ ਕੋਈ ਰੱਬ ਦੇ ਪਿਆਰ ਵਿੱਚ ਇੰਨਾ ਗੜੁੰਦ ਹੋ ਜਾਏ, ਜਿੱਥੇ ਸਰੀਰ ਦੀ ਬੇਪਰਵਾਹੀ ਜਾਗ ਪਏ, ਉਹ ਤੇ ਗੱਲ ਬੜੀ ਉੱਚੀ। ਅਸੀਂ ਉਹਦੇ ਨਾਲ ਰਲ ਜਾਂਦੇ ਹਾਂ। ਕਈ ਵਾਰੀ ਕਬੀਰ ਜੀ ਦਾ ਸ਼ਬਦ ਪੜ੍ਹ ਕੇ ਕਹਿ ਦਿੰਦੇ ਹਾਂ, ਵੇਖੋ ਕਬੀਰ ਸਾਹਿਬ ਕਹਿੰਦੇ ਨੇ, ਜਲ ਕੈ ਮੱਝਨ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਹਾਵੇ, ਜੈਸੇ ਮੇਂਢਕ ਤੈਸੇ ਹੋਏ ਨਰ ਫਿਰ ਫਿਰ ਜੋਨੀ ਪਾਵੇ। ਕਹਿੰਦੇ ਵੇਖੋ ਕਬੀਰ ਜੀ ਵੀ ਕਹਿ ਰਹੇ ਨੇ ਨਹਾਉਣ ਦੀ ਕੋਈ ਲੋੜ ਨਹੀਂ, ਜੇ ਡੱਡੂ ਰੋਜ਼ ਹੀ ਨਹਾਉਂਦੇ ਨੇ। ਜੇ ਇਸ਼ਨਾਨ ਕੀਤਿਆਂ ਕਹਿੰਦੇ ਰੱਬ ਮਿਲਦਾ ਹੋਵੇ, ਸਾਰੇ ਡੱਡੂਆਂ ਨੂੰ ਮਿਲੇ। ਪਰ ਇਹ ਅਰਥ ਪੜ੍ਹਨ ਤੇ ਸੁਣਨ ਤੋਂ ਪਹਿਲਾਂ ਇਹ ਨਹੀਂ ਸੋਚਿਆ ਵੀ ਕਬੀਰ ਜੀ ਦੀ ਅਵਸਥਾ ਕਿਹੜੀ ਹੈ, ਪਹੁੰਚ ਕਿੱਥੇ ਗਏ ਨੇ। ਤੇ ਅੰਤਰਗਤ ਤੀਰਥ ਮਲ ਨਾਓ ਤੇ ਚਲੇ ਗਏ ਨੇ। ਉੱਥੇ ਕੋਈ ਫਰਕ ਨਹੀਂ। ਉੱਥੇ ਜਿਨ ਪਟ ਅੰਦਰ, ਬਾਹਰ ਗੁੱਦੜ ਤੇ ਭਲੇ ਸੰਸਾਰ। ਇਹ ਆਉਣ ਵਾਲੇ 4 ਸ਼ਲੋਕਾਂ ਵਿੱਚ ਬਚਨ ਆਉਣਗੇ ਕਿ ਜਿਹੜਾ ਬੰਦਾ ਨਾਮ ਦੇ ਪਿਆਰ ਵਿੱਚ ਇੱਕਮਿਕ ਹੋ ਗਿਆ, ਉੱਥੇ ਸਰੀਰ ਦੀਆਂ ਗੱਲਾਂ ਬਹੁਤ ਪਿੱਛੇ ਰਹਿ ਜਾਂਦੀਆਂ, ਛੋਟੀਆਂ ਰਹਿ ਜਾਂਦੀਆਂ ਨੇ, ਉਹ ਅੱਗੇ ਚਲਾ ਜਾਂਦਾ। ਪਰ ਸਾਧ ਸੰਗਤ ਜਿੱਥੋਂ ਅਸੀਂ ਸ਼ੁਰੂ ਕਰਨਾ, ਜਿੱਥੇ ਅਸੀਂ ਬੈਠੇ ਹਾਂ, ਸਾਡੀ ਦੁਨੀਆ ਜਿਹੜੀ ਇੱਕ ਸਰੀਰ ਤੋਂ ਸ਼ੁਰੂ ਹੋਵੇਗੀ। ਸਰੀਰ ਤੋਂ ਬਿਨਾਂ ਧਰਮ ਕਿੱਥੇ ਕਮਾਇਆ ਜਾਏ। ਇਸ ਕਰਕੇ ਸਭ ਤੋਂ ਪਹਿਲਾਂ ਤਨ ਦੇ ਭੇਦ ਜਾਣਨੇ ਅਤੀ ਜ਼ਰੂਰੀ ਨੇ। ਸਰੀਰ ਕੀ ਹੈ, ਇਹਨੂੰ ਸਵਾਰਾ ਕਰਨਾ ਬੜਾ ਜ਼ਰੂਰੀ ਹੈ। ਇਹਦੀ ਸਾਵਧਾਨਤਾ ਬੜੀ ਜ਼ਰੂਰੀ ਹੈ। ਇਹਦਾ ਖਾਣਾ ਪੀਣਾ ਵੀ ਬੜੇ ਤਰੀਕੇ ਨਾਲ ਐਸਾ ਧਰਮੀ ਪੁਰਸ਼ ਵਰਤੋਂ ਕਰਦਾ ਹੈ ਕਿ ਉਹਨੇ ਸਵੇਰੇ ਜਾਗਣਾ ਹੈ ਤੇ ਸ਼ਾਮ ਦਾ ਭੋਜਨ ਘਟਾ ਦਿੰਦਾ ਹੈ। ਇਹਨੇ ਵੀ ਭੋਜਨ ਬੰਦ ਕਰਨਾ ਹੈ। ਗੁਰੂ ਸਾਹਿਬ ਨੇ ਇੱਕ ਬਚਨ ਕੀਤਾ ਹੈ, ਜਤ ਪਹਾਰਾ ਧੀਰਜ ਸੁਨਿਆਰ। ਪਹਾਰਾ ਦਾ ਅਰਥ ਹੈ ਦੁਕਾਨ। ਜਿਵੇਂ ਇੱਕ ਦੁਕਾਨਦਾਰ, ਕਾਰੀਗਰ ਜਿਹੜਾ ਹੈ, ਉਹ ਦੁਕਾਨ ਤੇ ਬਹਿ ਕੇ ਕੰਮ ਕਰਦਾ, ਸਭ ਤੋਂ ਪਹਿਲਾਂ ਤੇ ਉਹਨੂੰ ਦੁਕਾਨ ਠੀਕ ਚਾਹੀਦੀ ਨਾ। ਪਹਾਰਾ ਕਹਿੰਦੇ ਜੇ ਤੂੰ ਰੱਬ ਦੇ ਨਾਮ ਨੂੰ ਕਮਾਉਣਾ ਹੈ ਤੇ ਜਤ ਦੀ ਦੁਕਾਨ ਪਾ। ਜਤ ਦੇ ਅਰਥ ਵੈਸੇ ਆਮ ਤੌਰ ਤੇ ਜਿਹੜੇ ਕੀਤੇ ਜਾਣ, ਉਹ ਜਤ ਦੇ ਅਰਥ ਨੇ ਕਿ ਬੰਦਾ ਗ੍ਰਸਤੀ ਨਹੀਂ, ਇਹ ਵਾਸ਼ਨਾ ਗ੍ਰਸਤ ਨਹੀਂ ਹੁੰਦਾ। ਇਹ ਇੱਕ ਜਤ ਹੈ, ਇੱਕ ਹੈ। ਜਤ ਦਾ ਬੜਾ ਵੱਡਾ ਹਿੱਸਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਜਤ ਜਿਹੜਾ ਹੈ ਨਾ, ਉਹਦੇ ਅਰਥ ਨੇ ਸੰਜਮ। ਉਹਦੇ ਜਤ ਦਾ ਅਰਥ ਸਿਰਫ ਇੱਥੋਂ ਤੱਕ ਸੀਮਤ ਨਹੀਂ। ਜਤ ਦਾ ਅਰਥ ਹੈ ਜਿਸ ਬੰਦੇ ਨੂੰ ਇੱਕ ਵੇਖਣ ਦਾ ਜਤ ਰੱਖਣਾ ਹੁੰਦਾ, ਉਹ ਵੀ ਜਤੀਏ ਜਿਹਦਾ ਵੇਖਣ ਦਾ ਜਤ ਕਾਇਮ ਹੈ। ਫਿਰ ਖਾਣ ਪੀਣ ਦਾ ਵੀ ਇੱਕ ਜਤ ਸੰਜਮ ਹੈ। ਜਤ ਦੇ ਅਰਥ ਨੇ ਸੰਜਮ। ਸੰਜਮ ਰੱਖਦਾ ਉਹ ਖਾਣ ਪੀਣ ਦਾ,
ਤੇ ਸਰੀਰ ਨੂੰ ਸ਼ੁੱਧ ਕਰ ਲੈਂਦਾ ਹੈ, ਸਰੀਰ ਨੂੰ ਤੰਦਰੁਸਤ ਰੱਖਦਾ, ਤਾਂ ਕਿ ਉਹਦੇ ਨਾਲ ਇਹ ਸਰੀਰ ਦੀ ਖੇਡ, ਨਾਮ ਦੀ ਖੇਡ ਖੇਡੀ ਜਾਣੀ ਹੈ। ਇਸ ਕਰਕੇ ਗੁਰੂ ਸਾਹਿਬ ਇਸ ਬਾਰੇ ਬਾਣੀ ਵਿੱਚ ਬਚਨ ਕਰਦੇ, ਨਾਨਕ ਸੋ ਪ੍ਰਭ ਸਿਮਰਿਆ ਤਿਸ ਦੇਹੀ ਕੋ ਪਾਲ। ਜਿਸ ਦੇਹੀ ਦੇ ਨਾਲ, ਜਿਸ ਸਰੀਰ ਦੇ ਨਾਲ ਤੂੰ ਵਾਹਿਗੁਰੂ ਦਾ ਸਿਮਰਨ ਕਰਨਾ ਹੈ, ਜੀਵਨ ਜਿਉਣਾ ਹੈ, ਉਹਦੀ ਪਾਲਣਾ ਠੀਕ ਢੰਗ ਦੇ ਨਾਲ ਕਰ। ਨਾ ਉਹਨੂੰ ਭੁੱਖਾ ਰੱਖ, ਨਾ ਉਸ ਨੂੰ ਬਹੁਤਾ ਖਵਾ, ਨਾ ਉਸ ਨੂੰ ਬਹੁਤਾ ਜਗਾ, ਤੇ ਨਾ ਉਹਨੂੰ ਦਿਨ ਰਾਤ ਨੀਂਦ ਵਿੱਚ ਰੱਖ। ਸਤਿਗੁਰੂ ਨੇ ਜੋ ਕੁਝ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਵਿੱਚ ਲਿਖਿਆ, ਜੇ ਅਸੀਂ ਉਹਨੂੰ ਕਮਾ ਲਈਏ ਤੇ ਗੁਰੂ ਗ੍ਰੰਥ ਸਾਹਿਬ ਜੀ ਸਭ ਤੋਂ ਪਹਿਲਾਂ ਬੰਦੇ ਦੇ ਸਰੀਰ ਦਾ ਮੈਡੀਕਲ ਦੱਸਦੇ ਨੇ, ਸਰੀਰ ਤੰਦਰੁਸਤ ਕਿਵੇਂ ਰਵੇ। ਹੁਣ ਤੇ ਇਹ ਨਵੀਆਂ ਖੋਜਾਂ ਦੱਸਦੀਆਂ ਨੇ ਮੈਡੀਕਲ ਸਾਇੰਸ ਦੀਆਂ, ਕਿ ਸੂਰਜ ਚੜ੍ਹਨ ਤੋਂ ਪਹਿਲਾਂ ਜਾਗੋ ਜੇ ਤੁਸੀਂ ਤੰਦਰੁਸਤ ਰਹਿਣਾ। ਸੂਰਜ ਨਹੀਂ ਚੜ੍ਹਨਾ ਚਾਹੀਦਾ ਤੁਹਾਡੇ ਜਾਗਣ ਤੋਂ ਪਹਿਲਾਂ, ਤੁਸੀਂ ਸੂਰਜ ਤੋਂ ਪਹਿਲਾਂ ਜਾਗਣਾ ਹੈ ਜੇ ਤੁਸੀਂ ਤੰਦਰੁਸਤ ਰਹਿਣਾ ਹੈ। ਫਿਰ ਸਤਿਗੁਰੂ ਨੇ ਕਿਹਾ, ਲੋੜ ਅਨੁਸਾਰ ਗੁਰਸਿੱਖ ਥੋੜਾ ਬੋਲਣਾ, ਥੋੜਾ ਸੌਣਾ, ਥੋੜਾ ਖਾਣਾ। ਥੋੜੇ ਦਾ ਅਰਥ ਇਹ ਨਹੀਂ ਕਿ ਜਿੰਨੀ ਸਰੀਰ ਨੂੰ ਖੁਰਾਕ ਹੈ ਉਦੋਂ ਵੀ ਘੱਟ ਖਾਓ ਜਿੰਨੀ ਲੋੜ ਹੈ। ਜਿਵੇਂ ਦਾ ਆਪਾਂ ਕੰਮ ਕਰਨੇ ਆ ਖਿਆਲ ਕਰਨਾ, ਜਿਵੇਂ ਦੀ ਮਿਹਨਤ ਕਰਨੀ, ਗੁਰੂ ਸਾਹਿਬ ਨੇ ਕਿਹਾ ਉਸ ਤਰ੍ਹਾਂ ਦੀ ਖੁਰਾਕ ਜ਼ਰੂਰ ਖਾ, ਜਿਹਦੇ ਨਾਲ ਤੈਨੂੰ ਆਲਸ ਨਾ ਆਵੇ, ਜਿਹਦੇ ਨਾਲ ਤੈਨੂੰ ਦਰਿੱਦਰ ਨਾ ਆਵੇ। ਨਹੀਂ ਤੇ ਸਾਧ ਸੰਗਤ ਅਸੀਂ ਵੇਖਦੇ ਹਾਂ, ਲੰਗਰ ਦੀ ਜਿਹੜੀ ਮਰਿਆਦਾ ਸੀ ਉਹ ਦਿੱਤੀ ਤਾਂ ਇਹ ਸੀ। ਲੰਗਰ ਬਾਰੇ ਇਹ ਲਿਖਿਆ ਵੀ ਗੁਰੂ ਘਰ ਦਾ ਲੰਗਰ ਜਿਹੜਾ ਹੈ, ਜੇ ਕੋਈ ਸਿੱਖ ਉਹਨੂੰ ਪਿਆਰ ਨਾਲ ਨਹੀਂ ਛਕਦਾ, ਕਹਿੰਦੇ ਉਹ ਵੀ ਤਨਖਾਹੀ ਹੈ, ਤੇ ਜੇ ਕੋਈ ਬਹੁਤਾ ਛਕਦਾ ਉਹ ਵੀ ਤਨਖਾਹੀ ਹੈ, ਦੋਵੇਂ ਦੋਸ਼ੀ ਨੇ। ਜੇ ਕੋਈ ਇਹ ਕਵੇ ਨਾ ਵੀ ਮੇਰੀ ਪ੍ਰੈਸ ਨਾ ਕਿਤੇ ਟੁੱਟ ਜਾਏ, ਮੈਂ ਨਹੀਂ ਬਹਿਣਾ ਲੰਗਰ ਵਿੱਚ, ਪੰਗਤ ਦੇ ਵਿੱਚ, ਇਹ ਤੇ ਗਰੀਬ ਗੁਰਬਿਆਂ ਵਾਸਤੇ ਕਈ ਵਾਰੀ ਅਸੀਂ ਕਹਿ ਦਿੰਦੇ ਹਾਂ। ਮੈਂ ਨਹੀਂ ਲੈਣੀ ਦੇ ਗਏ ਤੇ ਝੂਠੀ ਕਿਰਪਾਨ ਨਾਲ ਭੇਟ ਕੀਤੀ ਹੈ, ਇਹ ਕਹਿ ਦਈਏ ਤੇ ਗੁਰੂ ਸਾਹਿਬ ਨੇ ਕਿਹਾ ਤੂੰ ਦੋਸ਼ੀ ਹੈ, ਇਹਦਾ ਤੂੰ ਦੋਸ਼ੀ। ਪ੍ਰਸ਼ਾਦ ਕੋ ਨਿੰਦੇ, ਗੁਰੂ ਦੇ ਪ੍ਰਸ਼ਾਦ ਦੀ ਜਿਹੜਾ ਨਿੰਦਿਆ ਕਰੇ ਔਰ ਲੋਭ ਕਰ ਖਾਏ, ਜਿਹੜਾ ਲੋਭ ਕਰਕੇ ਬਹੁਤਾ ਖਾਏ, ਸੋ ਤਨਖਾਹੀਆ ਹੈ, ਉਹ ਤਨਖਾਹੀਆ ਹੈ ਸਿੱਖ। ਲੋਭ ਕਰਕੇ ਵੀ ਨਹੀਂ ਖਾਣਾ। ਇਸ ਕਰਕੇ ਜ਼ਿਆਦਾ ਲੰਗਰ ਪਾਣੀ ਛਕ ਕੇ ਆਪਾਂ ਇੱਕ ਸਹਾਇਕ ਬਣਾ ਦਿੰਦੇ ਹਾਂ। ਹੁਣ ਤੇ ਮੇਲੇ ਭਰਨ ਵਾਸਤੇ ਸਭ ਤੋਂ ਪਹਿਲਾਂ ਖੀਰ ਕੜਾਹ ਦਾ, ਚੌਲਾਂ ਦਾ ਪ੍ਰਬੰਧ ਕਰਨਾ ਪੈਂਦਾ। ਨਾਮ ਦੀ ਗੱਲ ਤੇ ਬੜੀ ਘੱਟ ਚੱਲਦੀ ਹੈ, ਲੰਗਰ ਵਿੱਚ ਖਾਲਸੇ ਜ਼ਿਆਦਾ ਗੱਜਦੇ ਨੇ। ਤਾਂ ਇਹਨਾਂ ਜਦੋਂ ਇਹ ਸਿਰਫ ਸੀ ਸਰੀਰ ਨੂੰ, ਇਸ ਵਾਸਤੇ ਲੰਗਰ ਸੀ ਕਿ ਆਪਾਂ ਨਾਮ ਵਿੱਚ ਬਹਿਣਾ ਹੈ, ਕੀਰਤਨ ਸੁਣਨਾ ਹੈ, ਬਾਣੀ ਵਿੱਚ ਚਿੱਤ ਜੋੜਨਾ ਹੈ, ਤੇ ਸਰੀਰ ਦੀ ਭੁੱਖ ਤ੍ਰਿਪਤੀ ਵਾਸਤੇ ਪੂਰੀ ਕਰ ਲਈ ਜਾਏ। ਤੇ ਜਿਹੜਾ ਬੰਦਾ 4 ਆਦਮੀਆਂ ਜਿੰਨਾ ਖਾ ਕੇ ਗੁਰੂ ਕੀ ਸੰਗਤ ਵਿੱਚ ਆਉਂਦਾ ਹੈ, ਫਿਰ ਉੱਥੇ ਕਵੇ ਵੀ ਮੇਰਾ ਸਰੀਰ ਟਿਕ ਜਾਏਗਾ, ਮੇਰਾ ਮਨ ਟਿਕੇਗਾ। ਸਾਧ ਸੰਗਤ ਉਹਦਾ ਆਪਣਾ ਸਰੀਰ ਮਨ ਕਿੱਥੇ ਟਿਕਣਾ, ਉਹ ਤੇ 4 ਛਫੇਰੇ ਵਾਲਿਆਂ ਦਾ ਵੀ ਨਹੀਂ ਟਿਕਣ ਦੇਗਾ। ਇਸ ਕਰਕੇ ਤਨ ਦਾ ਭੇਦ ਪਹਿਲਾਂ ਜ਼ਰੂਰੀ ਹੈ। 5 ਤੱਤ ਕੋ ਤਨ ਰਚਿਓ, ਤਨ ਦਾ ਭੇਦ ਪਹਿਲਾਂ ਰੱਖਣਾ ਜ਼ਰੂਰੀ ਹੈ ਜੇ ਧਰਮ ਕਮਾਉਣਾ ਹੈ। ਸਰੀਰ ਦਾ ਭੇਦ ਕਹਿੰਦੇ ਲੱਭ ਇਹ ਕੀ ਹੈ, ਇਹਦਾ 2 ਤਰ੍ਹਾਂ ਨਾਲ ਵਿਗਿਆਨ ਦਿੱਤਾ ਹੈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਏ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਵਿੱਚੋਂ ਕੱਲਾ ਇਹ ਨਾ ਵੇਖ ਕਿ ਮੇਰਾ ਸਰੀਰ ਕੱਲਾ ਹੱਡੀਆਂ ਹੀ ਹੈ, ਮਾਸ ਹੀ ਹੈ, ਕਿ ਖੂਨ ਵਿੱਚ ਚੱਲਦਾ ਹੈ, ਕਿ ਮਲ ਮੂਤਰ ਹੀ ਨਹੀਂ। ਇਹ ਤੇ ਇਹਦਾ ਅਸਥੂਲ ਹਿੱਸਾ ਹੈ। ਤੇਰੇ ਸਰੀਰ ਦੇ ਵਿੱਚ ਜਿਹੜਾ ਅਣ ਦਿਸਦਾ ਹੈ, ਜਿਹੜਾ ਇਸ ਸਰੀਰ ਨੂੰ ਚੁੱਕ ਕੇ ਤੁਰਿਆ ਫਿਰਦਾ ਹੈ। ਅਸੀਂ ਮਾਸ ਨਾਲ ਨਹੀਂ ਤੁਰਦੇ, ਹੱਡੀਆਂ ਨਾਲ ਨਹੀਂ ਤੁਰੀਦਾ। ਤੋਰਨ ਵਾਲਾ ਅੰਦਰ ਹੈ, ਜਿਹੜਾ ਇਹਨੂੰ ਸਟੈਂਡ ਰੱਖਦਾ, ਚੁੱਕ ਕੇ ਰੱਖਦਾ। ਜਿਹਨੇ ਉਹਨੂੰ ਲੱਭ ਲਿਆ, ਜੋ ਇਹਦੇ ਵਿੱਚ ਹੀ ਹੈ, ਜੋ ਸਰੀਰ ਚਲਾ ਰਿਹਾ, ਉਹਨੂੰ ਜਿਹਨੇ ਖੋਜਿਆ। ਤੇ ਗੁਰੂ ਅਮਰਦਾਸ ਕਹਿੰਦੇ ਕੱਲਾ ਸਰੀਰ ਨਹੀਂ, ਇਹ ਮੇਰੇ ਸਰੀਰ ਤੂੰ ਵਿੱਚ ਆਪਣੇ ਵੇਖ ਕੀ ਹੈ,
ਕਹਿੰਦੇ ਏ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰਖੀ, ਤਾਂ ਤੂੰ ਜਗ ਮਹਿ ਆਇਆ। ਤਾਂ ਤੂੰ ਇੱਥੇ ਤੁਰਿਆ ਫਿਰਨਾ ਜੋਤ ਵਿੱਚ ਹੈ। ਨਾਮ ਕਿਹਨੂੰ ਕਹਿੰਦੇ ਨੇ? ਵਾਰ-ਵਾਰ ਗੁਰਬਾਣੀ ਵਿੱਚ ਆਇਆ ਨਾਮ ਜਪੋ ਜੀ, ਨਾਮ ਨਾਲ ਜੁੜੋ। ਨਾਮ ਕੀ ਹੈ? ਨਾਮ ਆਤਮਾ ਦਾ ਪ੍ਰਗਟ ਸਰੂਪ ਹੈ। ਨਾਮ ਜਿਹੜਾ ਨਾ ਸ਼ਬਦ, ਜਿਵੇਂ ਆਪਾਂ ਕਹਿੰਦੇ ਆ ਇੱਥੇ ਧੂਆਂ ਨਿਕਲਦਾ ਪਿਆ, ਉੱਪਰ ਦਿਸੇਗਾ ਧੂਆਂ ਨਿਕਲਦਾ, ਧੂਆਂ ਖਬਰ ਦੇ ਰਿਹਾ ਕਿ ਇਹਦੇ ਵਿੱਚ ਥੱਲੇ ਕਿਤੇ ਅੱਗ ਪਈ ਬਲਦੀ। ਇਸ ਘਰ ਵਿੱਚ ਧੂਆਂ ਅੱਗ ਦੀ ਖਬਰ ਦਿੰਦਾ ਹੈ। ਸ਼ਬਦ ਕੀ ਹੈ? ਜਿੱਥੇ ਸ਼ਬਦ ਹੈ ਉੱਥੇ ਨਿਸ਼ਾਨੀ, ਉਹਦੇ ਥੱਲੇ ਆਤਮਾ ਹੈ, ਆਵਾਜ਼ ਹੈ ਉਹਦੇ ਥੱਲੇ, ਉੱਥੇ ਜੋਤ ਹੈ। ਜਿੱਥੇ ਆਵਾਜ਼ ਹੈ, ਸਾਡੇ ਵਿੱਚੋਂ ਆਵਾਜ਼ ਤਾਂ ਹੀ ਆਉਂਦੀ ਨਾ, ਤਾਂ ਹੀ ਸੱਚੇ ਪਾਤਸ਼ਾਹ ਜੀ ਕਹਿੰਦੇ ਵਿਖਿਆਨ ਹੀ ਆਤਮਾ ਦਾ ਪ੍ਰਗਟ ਸਰੂਪ ਹੈ। ਰੱਬ ਦਾ ਜਿਹੜਾ ਸਵਰੂਪ ਹੈ ਨਾ, ਮੁੱਖ, ਉਹ ਕੀ ਹੈ? ਆਵਾਜ਼, ਸ਼ਬਦ। ਕਿਸੇ ਨੇ ਉਹਦੇ ਮੁੱਖ ਨੂੰ ਵੇਖਣਾ? ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਪੁੱਛੀਏ ਰੱਬ ਦਾ ਮੂੰਹ ਕਿਵੇਂ ਦਾ ਹੈ, ਉਹਦਾ ਸਰੂਪ ਕਿਵੇਂ ਦਾ ਹੈ, ਤੇ ਸਾਹਿਬ ਜਵਾਬ ਦੇਣਗੇ ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ। ਸਾਡੇ ਵਿੱਚ ਰੱਬ ਹੈ, ਇਹਦੀ ਖਬਰ ਆਵਾਜ਼ ਹੈ, ਆਵਾਜ਼ ਆਉਂਦੀ ਏ। ਇਸ ਕਰਕੇ ਕਈ ਵਾਰੀ ਕਹਿੰਦੇ ਨੇ ਕੋਈ ਆਦਮੀ ਚੜ੍ਹਾਈ ਕਰ ਜਾਏ, ਇੱਕ ਭਾਸ਼ਾ ਵਰਤੀ ਜਾਂਦੀ, ਕਹਿੰਦੇ ਖਾਮੋਸ਼ ਹੋ ਗਿਆ, ਖਾਮੋਸ਼, ਚੁੱਪ ਹੋ ਗਿਆ, ਬੋਲ ਨਹੀਂ ਸਕਦਾ, ਬੋਲਿਆ ਨਹੀਂ ਜਾਂਦਾ, ਬੋਲਣ ਵਾਲਾ ਚਲਾ ਗਿਆ ਵਿੱਚੋਂ। ਇਸ ਕਰਕੇ ਉਹਦਾ ਮੂੰਹ ਕੀ ਹੈ? ਸ਼ਬਦ ਉਹਦਾ ਮੂੰਹ ਹੈ। ਜਿਹਨੇ ਉਹਨੂੰ ਮਿਲਣਾ ਉਹ ਆਪਣੇ ਸ਼ਬਦ ਨੂੰ ਸੁਣੇ, ਆਪਣੀ ਆਵਾਜ਼ ਨੂੰ ਸੁਣੇ, ਉਹ ਆਪਣੇ ਸ਼ਬਦ ਨੂੰ ਪਿਆਰ ਕਰੇ। ਇਹ ਸ਼ਬਦ ਉਹਨੂੰ ਅੰਦਰ ਧੁਰ ਤੱਕ ਲੈ ਜਾਏਗਾ, ਜਿੱਥੋਂ ਆਇਆ ਹੈ ਉੱਥੋਂ ਤੱਕ ਖਿੱਚ ਕੇ ਲੈ ਜਾਏਗਾ, ਧੂ ਕੇ ਮਨੁੱਖ ਨੂੰ। ਜਿਹਨੇ ਇਹਦੇ ਨਾਲ ਪਿਆਰ ਕੀਤਾ ਫਿਰ ਸ਼ਬਦ ਉਹਨੂੰ ਛੱਡਦਾ ਹੀ ਨਹੀਂ, ਪਕੜ ਲੈਂਦਾ ਹੈ, ਉਹਨੂੰ ਕਾਬੂ ਕਰ ਲੈਂਦਾ, ਉਹਦੇ ਮਨ ਨੂੰ ਬੰਨ੍ਹ ਲੈਂਦਾ, ਜਿਹੜਾ ਮਨ ਕਦੀ ਟਿਕਦਾ ਨਹੀਂ। ਇਸ ਲਈ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਬਹੁਤ ਵੱਡੀ ਗੱਲ ਕਹਿ ਰਹੇ ਨੇ। ਕਹਿੰਦੇ ਉਹਦਾ ਰੂਪ ਹੈ ਅੰਦਰ, ਸਰੀਰ ਦੇ ਵਿੱਚ ਧੁਨ, ਆਵਾਜ਼ ਉਹਦਾ ਸਰੂਪ ਹੈ। ਜਿਹੜਾ ਅਸੀਂ ਬੋਲਨੇ ਆ, ਸਹਿਜੇ ਸਹਿਜੇ ਇਹ ਆਵਾਜ਼ ਇਹ ਛੋਟੀ ਹੁੰਦੀ ਜਾਂਦੀ, ਸੂਖਸ਼ਮ, ਤੇ ਇਹ ਉਹਦੇ ਵਿੱਚ ਲੀਨ ਕਰ ਦਿੰਦੀ ਹੈ। ਤਾਂ ਹੀ ਸਾਹਿਬ ਨੇ ਕਿਹਾ ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ, ਚਿਰ ਹੋਆ ਦੇਖੇ ਸਾਰੰਗ ਪਾਨੀ, ਧਨ ਸੋ ਦੇਸ਼ ਜਹਾਂ ਤੂੰ ਬਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ। ਇਹ ਖਬਰ ਹੈ ਆਵਾਜ਼ ਉਹਦੀ। ਤਾਂ ਹੀ ਭਗਤ ਜੀ ਨੇ ਸ਼ਬਦ ਉਚਾਰਨ ਕੀਤੇ, ਹੱਲੇ ਯਾਰਾ, ਹੱਲੇ ਯਾਰਾ ਖੁਸ਼ ਖਬਰੀ। ਖੁਸ਼ ਖਬਰੀ ਕਾਹਦੀ? ਖੁਸ਼ ਖਬਰੀ, ਖੁਸ਼ ਖਬਰੀ ਹੈ ਕਿ ਉਹਦੀ ਆਵਾਜ਼ ਸੁਣਨੀ ਸ਼ੁਰੂ ਹੋ ਗਈ। ਇਸ ਸਰੀਰ ਦੇ ਵਿੱਚੋਂ ਸਾਨੂੰ ਇਹ ਭੁਲੇਖਾ ਰਿਹਾ, ਕਹਿੰਦੇ ਬੰਦੇ ਦੇ ਸਰੀਰ ਦੇ ਵਿੱਚ ਦੋ ਆਵਾਜ਼ਾਂ ਨੇ। ਅਸੀਂ ਕਹਿੰਦੇ ਆ ਨਾ ਮੇਰੀ ਆਤਮਾ ਦੀ ਆਵਾਜ਼ ਇਹ ਕਹਿੰਦੀ, ਕੀ ਮਤਲਬ ਇਹਦਾ ਨਿਕਲਿਆ? ਇਹਦਾ ਮਤਲਬ ਮੇਰੀ ਆਵਾਜ਼ ਹੋਰ ਹੈ ਤੇ ਮੇਰੀ ਆਤਮਾ ਦੀ ਆਵਾਜ਼ ਹੋਰ ਹੈ, ਵੱਖਰੀ। ਆ ਜਿਹੜਾ ਅਸੀਂ ਬੋਲਦੇ ਆ, ਇਹ ਸਾਧ ਸੰਗਤ, ਇਹ ਤੇ ਸਾਡਾ ਇੱਕ ਹੰਕਾਰ ਬੋਲਦਾ ਹੈ। ਰੱਬ ਨੂੰ ਤੇ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ ਅਸੀਂ ਕਦੀ। ਉਹ ਤੇ ਉਡੀਕ ਵਿੱਚ ਹੀ ਬੈਠਾ ਹੈ, ਇਹਦੀ ਖੋਪਰੀ ਦੇ ਵਿੱਚੋਂ ਨਿਕਲੇ ਹੰਕਾਰ, ਇਹ ਕਰੇ ਚੁੱਪ, ਇਹਨੂੰ ਸਭ ਕੁਝ ਹੈ ਹੰਕਾਰ, ਇਹ ਸੋਚੀ ਜਾਂਦਾ ਬਸ, ਵਿਚਾਰਾਂ ਤੋਂ ਨਿਕਲੇ ਬਾਹਰ। ਇਹਦੇ ਵਿੱਚ ਦਿਨ ਰਾਤ ਵਿਚਾਰ, ਜਾਣਕਾਰੀ, ਹੰਕਾਰ ਪੰਡ ਬਣ ਕੇ ਤੁਰਿਆ ਫਿਰਦਾ, ਗੱਲਾਂ ਇਕੱਠੀਆਂ ਕਰੀ ਫਿਰਦਾ। ਉਹਨੂੰ ਕਹਿੰਦਾ ਮੈਂ ਗਿਆਨੀ, ਗਿਆਨਵਾਨ ਹੋ ਗਿਆ। ਗੁਰੂ ਨਾਨਕ ਸਾਹਿਬ ਨੇ ਤਾਂ ਹੀ ਕਹਿ ਦਿੱਤਾ, ਕਹਿਣ ਲੱਗੇ ਮੈਂ ਗਲ ਗੱਲਾਂ ਕੇ ਗੁਣਹਾਰ। ਮੇਰੇ ਕੋਲ ਕਹਿੰਦੇ ਹੈ ਕੀ? ਕਹਿੰਦੇ ਤਾਂ ਸਾਡੇ ਬਾਰੇ ਨੇ, ਸਾਡੀ ਤਸਵੀਰ ਦੱਸ ਰਹੇ। ਕਹਿੰਦੇ ਗੱਲਾਂ ਇਕੱਠੀਆਂ ਕਰਕੇ ਨਾ, ਬਹੁਤ ਸਾਰੀਆਂ ਸ਼ਬਦ ਕਰਕੇ ਇਕੱਠੇ, ਉਹਨੂੰ ਕਹਿੰਦੇ
उस मैटर नूं धागे विच परो के रख लिया ते पालिया गल। तुरे फिरे लोकां ने कहा बड़ियां गल्लां जाणदा, बड़ियां गल्लां आउंदियां। ते सतगुरु सच्चे पातशाह जी तां ही बचन कहिंदे, कहन लगे मैं गल गल्लां के गुण हार, गल्ली गल्लां सिरजनहार। गल्लां नाल ही कहिंदे सिरजनहार नूं असीं कहने आ। कदी अंदरों चुप करिए, साडा हंकार किते चुप करे ते फिर बोले रब। जिदन साध संगत किसे दा मन चुप करे, ਉਹਦੇ ਤੋਂ ਬਾਅਦ ਜਦੋਂ ਕੋਈ ਬੋਲਿਆ ਉਹਨੂੰ ਕਿਹਾ ਕਿ ਬਾਣੀ ਹੈ। ਭਾਵੇਂ ਕਿ ਬਾਣੀ ਗੁਰੂ ਸਾਹਿਬ ਦੀ ਆਪਾਂ ਕਹਿੰਦੇ ਗੁਰੂ ਸਾਹਿਬ ਨੇ ਉਚਾਰੀ ਹੈ, ਪਰ ਵੇਖੋ ਬਾਣੀ ਤੇ ਭਗਤਾਂ ਦੀ ਵੀ ਹੈ ਨਾ। ਜਦੋਂ ਕਿਸੇ ਦਾ ਮਨ ਚੁੱਪ ਕਰ ਜਾਏ ਫਿਰ ਉਹਦੇ ਵਿੱਚ ਬਾਣੀ ਪ੍ਰਗਟ ਹੁੰਦੀ। ਹਾਂ ਆਪੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਇਹ ਜਦੋਂ ਅੰਦਰੋਂ ਚੁੱਪ ਕਰੇ, ਸਰੀਰ ਦੀ ਗੱਲ ਮੈਂ ਕਰ ਰਿਹਾ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਰੀਰ ਬਾਰੇ ਕਿਹਾ, ਕਹਿੰਦੇ ਵੇਖ ਝਾਤੀ ਮਾਰ ਆਪਣੇ ਅੰਦਰ, ਤੂੰ ਕਾਹਦਾ ਬਣਿਆ ਹੋਇਆ। ਚੰਗੀ ਤਰ੍ਹਾਂ ਵੇਖ ਆਪਣੇ ਸਰੀਰ ਨੂੰ, ਛੱਡ ਦੇ ਬਾਹਰ ਹੋਰ ਕੀ, ਛੱਡ ਦੇ ਹੋਰ ਗਿਆਨ ਵਿਗਿਆਨ ਬਹੁਤੀਆਂ ਪੋਥੀਆਂ ਵਿੱਚ ਨਾ ਪਈ। ਪਹਿਲਾਂ ਆਪਣੇ ਸਰੀਰ ਨੂੰ ਪੜ੍ਹ। ਬਸ ਇਹਦੇ ਵਿੱਚ ਇੰਨਾ ਲੰਮਾ ਪਸਾਰਾ ਹੈ ਕਿ ਤੂੰ ਹੈਰਾਨ ਹੋ ਜਾਏਗਾ। ਇਹਨੂੰ ਵੇਖ ਕਾਹਦਾ ਬਣਿਆ। ਦੋ ਤਸਵੀਰਾਂ ਦਿੱਤੀਆਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਸਾਡੀ ਦੇਹ ਦੀਆਂ ਤਸਵੀਰਾਂ ਦੋ ਪ੍ਰਕਾਰ ਦੀਆਂ ਦਿੱਤੀਆਂ ਨੇ। ਅਸਥੂਲ, ਅਸਥੂਲ ਦਾ ਮਤਲਬ ਜਿਹਨੂੰ ਹੱਥ ਨਾਲ ਫੜ ਲਈਏ ਜਾਂ ਜਿਹੜਾ ਕੈਮਰੇ ਵਿੱਚ ਆ ਜਾਏ ਉਹਨੂੰ ਕਹਿੰਦੇ ਅਸਥੂਲ। ਸੂਖਸ਼ਮ, ਜਿਹਨੂੰ ਹੱਥ ਨਾ ਫੜ ਸਕੇ ਤੇ ਜੋ ਕੈਮਰੇ ਵਿੱਚ ਨਾ ਆਵੇ ਉਹਨੂੰ ਕਹਿੰਦੇ ਸੂਖਸ਼ਮ। ਹੁਣ ਸਰੀਰ ਦਾ ਕਿੰਨਾ ਕੁ ਪਸਾਰਾ ਯੋਗ ਮਤ ਵਾਲਿਆਂ ਨੇ ਕਿਹਾ, ਕਿੰਨਾ ਕਿਹਾ। ਉਹ ਕਹਿੰਦੇ 6 ਚੱਕਰ ਨੇ ਸਰੀਰ ਵਿੱਚ, ਹੈਣ ਜ਼ਰੂਰ 6 ਚੱਕਰ ਨੇ। ਇਹਦੇ ਵਿੱਚ 5 ਤੱਤ ਨੇ। ਕਈ ਕੁਝ ਗੁਰੂ ਸਾਹਿਬ ਕਹਿ ਰਹੇ ਨੇ, ਖੱਟ ਨੇਮ ਕਰ ਕੋਠੜੀ ਬਾਂਧੀ, ਬਸਤ ਅਨੂਪ ਵਿੱਚ ਪਾਈ। ਕਬੀਰ ਜੀ ਦਾ ਸ਼ਬਦ, ਖੱਟ ਨੇਮ 6 ਚੱਕਰਾਂ ਵਿੱਚ ਇਹ ਕੋਠੜੀ ਬੰਨ੍ਹ ਦਿੱਤੀ। 6 ਨੇਮ ਬਣਾਏ, ਉਹਨਾਂ ਨੇ ਇਹਨੂੰ ਪਕੜਿਆ ਹੋਇਆ। ਖੱਟ ਨੇਮ ਕਰ ਕੋਠੜੀ ਬਾਂਧੀ, ਬਸਤ ਅਨੂਪ ਵਿੱਚ ਪਾਈ। ਇਹਦੇ ਵਿੱਚ ਇੱਕ ਬੜੀ ਅਨੂਪ ਵਸਤੂ ਪਾ ਦਿੱਤੀ, ਨਾਮ। ਕੁੰਜੀ ਕੁਲਫ ਪ੍ਰਾਣ ਕਰ ਰੱਖੇ। ਤੇ ਉਹਨਾਂ ਉਹ ਜਿਹੜੀ ਵਸਤੂ ਹੈ ਨਾ ਨਾਮ ਦੀ, ਉਹਨੂੰ ਜੰਦਰਾ ਤੇ ਕੁੰਜੀ ਜਿਹੜਾ ਸਵਾਸਾਂ ਦਾ ਮਾਰ ਦਿੱਤਾ ਹੈ। ਸਵਾਸ ਜੰਦਰਾ ਹੈ। ਇਸ ਲਈ ਨਾਮ ਸਭ ਤੋਂ ਪਹਿਲਾਂ ਬੰਦੇ ਦੇ ਸਵਾਸ ਦੇ ਉੱਤੇ ਕੰਮ ਕਰਦਾ ਹੈ। ਉਹਦੇ ਸਵਾਸ ਨੂੰ ਠੀਕ ਕਰਦਾ, ਉਹਨੂੰ ਖੋਲ੍ਹਦਾ ਹੈ। ਜਦੋਂ ਸਵਾਸ ਖੁੱਲ੍ਹ ਗਿਆ ਤੇ ਵਸਤੂ ਮਿਲ ਗਈ, ਉਹਦੇ ਵਿੱਚ ਹੀ ਤਾਂ ਹੈ। ਸਵਾਸ ਦੇ ਕੁੰਜੀ ਕੁਲਫ ਪ੍ਰਾਣ ਕਰ ਰਾਖੇ। ਸਵਾਸਾਂ ਦੇ ਵਿੱਚ ਪ੍ਰਾਣ ਹੈ ਤੇ ਪ੍ਰਾਣ ਦੇ ਵਿੱਚ ਨਾਮ ਹੈ। ਕਰਤੇ ਬਾਰ ਨਾ ਲਾਈ। ਇਸ ਕੰਮ ਨੂੰ ਕਰਦਿਆਂ ਦੇਰ ਨਹੀਂ ਲੱਗੀ। ਪਰ ਕੀ ਹੋਇਆ, ਜਦੋਂ ਇਹ ਸਾਰਾ ਕੁਝ ਪਾ ਦਿੱਤਾ ਨਾ, ਏਡੀ ਮਹਿੰਗੀ ਪੂੰਜੀ ਪਾਈ, ਜਨਮ ਲੈਂਦਿਆਂ ਸਾਰ ਕਹਿੰਦੇ ਬੰਦਾ ਸੌਂ ਗਿਆ। ਉਹ ਅੰਮ੍ਰਿਤ ਸੀ ਨਾ ਅੰਦਰ ਜਿਹੜਾ, ਸੌਂ ਗਿਆ। ਇਹ ਬਾਹਰ ਮੁਖੀ ਹੋ ਗਿਆ, ਬਾਹਰ ਇਹਦਾ ਧਿਆਨ ਹੋ ਗਿਆ। ਥੋੜੇ ਜਿਹੇ ਲੋਕ ਜਾਗੇ ਤੇ ਕਬੀਰ ਸਾਹਿਬ ਕਹਿੰਦੇ ਅਬ ਮਨ ਜਾਗਤ ਰਹੋ ਰੇ ਭਾਈ। ਹੁਣ ਇਸ ਸਰੀਰ ਦੇ ਵਿੱਚ ਜਾਗ ਕੇ ਰਹੋ, ਵਿੱਚ ਕੀ ਕੀ ਹੈ। ਅਬ ਮਨ ਜਾਗਤ ਰਹੋ ਰੇ ਭਾਈ। ਜਾਗਣ ਦਾ ਕੀ ਮਤਲਬ, ਕਹਿਣ ਲੱਗੇ ਗਾਫਲ ਹੋਏ ਕੈ ਜਨਮ ਗਵਾਇਓ, ਚੋਰ ਮੁਸੈ ਘਰ ਜਾਈ। ਤੂੰ ਗਾਫਲ ਹੋ ਕੇ ਤੇਰਾ ਮਨ ਸੌਂ ਗਿਆ ਤੇ ਚੋਰ ਇਹਨੂੰ ਤੇਰੇ ਉਸ ਅੰਮ੍ਰਿਤ ਨੂੰ ਜਿਹੜਾ ਵਸਤੂ ਅਨੂਪ ਪਾਈ ਸੀ, ਬੜੀ ਆਨੰਦਦਾਇਕ ਤੇਰੇ, ਉਹ ਜਿਹੜੀ ਸੀ ਉਹ ਕਦੀ ਕਾਮ ਲੁੱਟ ਕੇ ਲੈ ਜਾਂਦਾ, ਕਦੀ ਕ੍ਰੋਧ ਲੈ ਜਾਂਦਾ, ਕਦੀ ਹੰਕਾਰ, ਕਦੀ ਲੋਭ। ਉਹ ਖਾਈ ਜਾਂਦਾ ਉਹਨੂੰ ਜੋ ਕੋਈ ਤੂੰ ਖਾਣਾ ਸੀ ਤੇ ਤੂੰ ਬਾਹਰ ਭਿਖਾਰੀ ਬਣ ਕੇ ਭਟਕਦਾ ਫਿਰਨਾ। ਚੀਜ਼ ਤੇਰੀ ਸੀ, ਚੋਰੀ ਕਰਕੇ ਲੈ ਗਏ। ਉਹ ਚੋਰੀ ਤਾਂ ਹੋ ਗਈ ਤੂੰ ਸੌਂ ਗਿਆ। ਸੌਣ ਦਾ ਕੀ ਮਤਲਬ ਹੈ, ਸਰੀਰ ਨਹੀਂ ਸੁੱਤਾ। ਸਾਧ ਸੰਗਤ, ਨੀਂਦ ਦੇ ਅਰਥ ਨੇ ਵਿਚਾਰਾਂ ਵਿੱਚ ਫਸੇ ਰਹਿਣਾ। ਵਿਚਾਰ ਹੀ ਨੀਂਦ ਹੈ, ਹੋਰ ਕੋਈ ਨਹੀਂ। ਆਹ ਦੋ ਚੀਜ਼ਾਂ ਬੰਦੇ ਨੂੰ ਵਾਪਰਦੀਆਂ ਨੇ ਸਾਧਨਾ ਦੇ ਰਸਤੇ ਤੇ, ਨੀਂਦ
ਪਹਿਲੀ ਗੱਲ ਤੇ ਨੀਂਦ ਢਾਏਗੀ ਉਹਨੂੰ। ਜੇ ਨੀਂਦ ਨੂੰ ਪਾਰ ਕਰ ਜਾਏਗਾ ਤੇ ਵਿਚਾਰ ਆਉਣਗੇ ਬਹੁਤ ਤੇਜ਼, ਬੜੇ ਤੇਜ਼ ਵਿਚਾਰ ਆਉਣਗੇ। ਵਿਚਾਰਾਂ ਦੇ ਰਾਹੀਂ ਉਹ ਫਸ ਜਾਏਗਾ। ਇਹਨੂੰ ਕਹਿ ਵੱਡਾ ਸਾਗਰ, ਜਿਹੜੇ ਵਿਚਾਰ ਨੇ, ਇਹਨੂੰ ਗੁਰੂ ਸਾਹਿਬ ਨੇ ਕਿਹਾ ਇਹ ਸਾਗਰ ਸੋਈ ਤਰ੍ਹਾਂ ਜੋ ਹਰ ਗੁਣ ਗਾਵੇ। ਵਿਚਾਰ ਨਹੀਂ ਟੁੱਟਦੇ ਬੰਦੇ ਦੇ, ਇਹ ਆਉਂਦੇ ਰਹਿੰਦੇ ਨੇ। ਇਸ ਕਰਕੇ ਕਹਿੰਦੇ ਅਬ ਮਨ ਜਾਗਤ ਰਹੋ ਰੇ ਭਾਈ, ਸਰੀਰ ਵਿੱਚ ਜਾਗ ਕੇ ਰਹੋ। ਕੀ ਵੇਖਣਾ ਜਾਗ ਕੇ? ਬਸ ਤੂੰ ਜਾਗਣਾ ਹੈ, ਕਿਸੇ ਚੀਜ਼ ਨੂੰ ਹਟਾਉਣ ਦੀ ਲੋੜ ਨਹੀਂ। ਕਿਉਂਕਿ ਜਿਹੜਾ ਚੋਰ ਹੈ, ਚੋਰ ਨੂੰ ਹਟਾਉਣਾ ਨਹੀਂ ਪੈਂਦਾ। ਚੋਰ ਨੂੰ ਸਿਰਫ ਇੱਕੋ ਚੀਜ਼ ਦੀ ਲੋੜ ਹੈ, ਇੱਕ ਤੇ ਲਾਈਟ ਜਗਦੀ ਹੋਵੇ ਘਰ ਵਿੱਚ ਤੇ ਇੱਕ ਬੰਦਾ ਜਾਗਦਾ ਹੋਵੇ। ਦੋ ਗੱਲਾਂ ਚਾਹੀਦੀਆਂ, ਲਾਈਟ ਜਗੇ ਤੇ ਘਰ ਵਾਲਾ ਜਾਗੇ। ਚੋਰ ਆਉਂਦਾ ਹੀ ਨਹੀਂ। ਚੋਰ ਦਾ ਇਹ ਵਿਗਿਆਨ ਹੈ ਕਿ ਉਹਨੂੰ ਦੇਖੋ ਉਹ ਦੌੜ ਜਾਏਗਾ। ਤਾਂ ਜਦੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਕਿਹਾ ਵੀ ਤੇਰੇ ਹੀ ਜੀਵਨ ਦੇ ਵਿੱਚ 5 ਚੋਰ ਨੇ, 5 ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ। ਇਹ ਚੋਰੀ ਕਦੋਂ ਕਰਦੇ ਨੇ? ਜਦੋਂ ਬੰਦਾ ਸੌਂਦਾ ਹੈ। ਇਸ ਕਰਕੇ ਜਦੋਂ ਇਹਨਾਂ 5 ਵਿੱਚੋਂ ਇੱਕ ਜਾਗੇ, ਇਹਦਾ ਇੱਕ ਅਭਿਆਸ ਹੈ, ਉਹਨੂੰ ਹਟਾਓ ਨਾ, ਉਸ ਨੂੰ ਵੇਖੋ। ਬਸ ਵੇਂਦਿਆਂ ਸਾਰ ਉਹ ਖੀਣ ਹੋ ਜਾਏਗਾ, ਕਮਜ਼ੋਰ ਪੈ ਜਾਏਗਾ। ਜਦੋਂ ਅਸੀਂ ਹਟਾਉਣ ਜਾਂਦੇ ਹਾਂ ਉਸ ਵੇਲੇ ਉਹ ਤਾਕਤਵਰ ਹੋ ਜਾਂਦਾ। ਹੋਰ ਹਟਾਉਣਾ ਨਹੀਂ, ਉਸ ਨੂੰ ਸਿਰਫ ਦੇਖਣਾ ਹੈ ਵੀ ਮੈਂ ਹੁਣ ਵਾਸ਼ਨਾਗ੍ਰਸਤ ਹੋ ਰਿਹਾ। ਹੁਣ ਕ੍ਰੋਧ ਆਇਆ। ਕ੍ਰੋਧ ਕਦੋਂ ਹੁੰਦਾ? ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹਨਾਂ ਦੋਵਾਂ ਦਾ ਜ਼ਿਕਰ ਕੀਤਾ, ਸਾਰਿਆਂ ਦਾ ਹੀ ਕੀਤਾ ਵੈਸੇ। ਉਹ ਕਹਿੰਦੇ ਨੇ ਪਾਪੀ ਹੀ ਹੈ ਮੈਂ ਕਾਮ ਵਸਾਏ, ਚੰਚਲ ਮਨ ਜਾਂ ਤੇ ਥਿਰ ਨਾ ਰਹਾਏ। ਉੱਥੇ ਮਨ ਸੌਂ ਜਾਂਦਾ ਬਿਲਕੁਲ। ਫਿਰ ਕ੍ਰੋਧ ਦੀ ਗੱਲ ਕੀਤੀ। ਕ੍ਰੋਧ ਕੀ ਕਰਦਾ? ਸਭ ਤੋਂ ਪਹਿਲਾਂ ਕੰਮ ਕੀ ਕਰਦਾ ਕ੍ਰੋਧ? ਕਠਿਨ ਕ੍ਰੋਧ ਘਟ ਹੀ ਕੇ ਭੀਤਰ, ਜਿਹੇ ਸੁਧ ਸਭ ਬਿਸਰਾਈ। ਬੜਾ ਕਠਿਨ ਇੱਕ ਚੋਰ ਹੈ ਸਰੀਰ ਵਿੱਚ ਕ੍ਰੋਧ। ਜਦੋਂ ਆ ਗਿਆ, ਬਸ ਕ੍ਰੋਧ ਜਦੋਂ ਸ਼ੁਰੂ ਹੋਇਆ, ਜੇ ਤੇ ਉਦੋਂ ਵਿੱਚ ਹੋਇਆ ਗੁਰੂ ਕਾ ਸ਼ਬਦ। ਇਹ ਨਾਮ ਹੀ ਇੱਥੋਂ ਬਚਾ ਸਕਦਾ, ਹੋਰ ਕੋਈ ਨਹੀਂ। ਨਾਮ ਜਿਹੜਾ ਹੈ ਨਾ, ਜਿਹਨੇ ਨਾਮ ਦੇ ਅਭਿਆਸੀ ਲੋਕ ਨੇ, ਬਾਣੀ ਦੇ ਅਭਿਆਸੀ ਨੇ, ਜਦੋਂ ਕ੍ਰੋਧ ਪੈਦਾ ਹੁੰਦਾ ਨਾਲ ਹੀ ਨਾਮ ਆ ਕੇ ਖੜਾ ਹੋ ਜਾਂਦਾ ਇੱਕ ਸਾਈਡ ਤੇ। ਉਹ ਜਗਾਉਂਦਾ ਉਸ ਨੂੰ ਵੀ ਹੁਣ ਤੂੰ ਖੜਾ ਹੋ, ਹੁਣ ਇਹਨੇ ਤੇਰਾ ਨੁਕਸਾਨ ਕਰਨਾ, ਇਹਨੇ ਤੇਰੇ ਅੰਦਰੋਂ ਨਾਮ ਨੂੰ ਖੋਹ ਕੇ ਅੰਮ੍ਰਿਤ ਨੂੰ ਤੋੜ ਦੇਣਾ, ਉਹ ਲੈ ਜਾਏਗਾ। ਤਾਂ ਇਹਦਾ ਇੱਕੋ ਹੀ ਇਲਾਜ ਕਿ ਨਾਮ ਦਾ ਅਭਿਆਸ, ਸ਼ਬਦ ਦਾ ਅਭਿਆਸ ਜਿਨ੍ਹਾਂ ਨੇ ਕੀਤਾ, ਕ੍ਰੋਧ ਵੀ ਉਹਨਾਂ ਦਾ ਘਟਿਆ, ਫੜਿਆ ਗਿਆ ਚੋਰ। ਵਾਸ਼ਨਾ ਵੀ ਉਹਨਾਂ ਦੀ ਘਟੀ। ਹੋਰ ਵੀ ਚੀਜ਼ਾਂ ਲੋਭ ਆਦਿਕ ਜਿੰਨੀਆਂ ਨੇ ਇਹ ਘਟਦੀਆਂ ਉਹਨਾਂ ਦੀਆਂ। ਤਾਂ ਇਹਦੇ ਜਿਹੜੇ ਚੋਰ ਅੰਦਰ ਰਹਿੰਦੇ ਨੇ, ਇਸ ਦੇਹ ਦਾ ਵਿਗਿਆਨ ਦੱਸਿਆ ਗਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ। ਸਾਧ ਸੰਗਤ ਦੱਸਿਆ ਤੇ ਹੀ ਗਿਆ, ਪਰ ਹੁਣ ਤੁਸੀਂ ਵੇਖਦੇ ਹੋ ਧਰਮ ਦਾ ਪ੍ਰਚਾਰ ਕੀ ਹੈ। ਧਰਮ ਦਾ ਪ੍ਰਚਾਰ ਕਿਹੜੀਆਂ ਗੱਲਾਂ ਵਿੱਚ ਫਸ ਗਿਆ। ਬਸ ਉੱਚਾ ਕੂਕੈ ਵਾਦਾ ਗਾਵੈ ਜੋਧਾ ਕਾ ਵਿਚਾਰ। ਧਰਮ ਦੇ ਜਿਹੜੇ ਉਪਦੇਸ਼ ਨੇ ਉਹ ਧਰਮ ਅਨੁਸਾਰ ਰਹਿਣ, ਤਾਂ ਹੀ ਉਹ ਧਾਰਮਿਕ ਉਪਦੇਸ਼ ਰਹਿੰਦਾ। ਠੀਕ ਹੈ, ਉਹਦੀ ਪਰਸੈਂਟੇਜ ਕੁਝ ਧਰਮੀ ਬੰਦੇ ਦੀ ਸੂਰਮਿਆਂ ਵਾਲੀ ਵੀ ਹੁੰਦੀ, ਕੋਈ ਸ਼ੱਕ ਨਹੀਂ, ਪਰ ਇਹ ਲਗਾਤਾਰ ਇੱਕ ਕਲਾ ਹੈ। ਕਲਾ ਦੀ ਵਰਤੋਂ ਕਰਕੇ ਕਲਾਕਾਰ ਜਿੱਤਦੇ ਹੁੰਦੇ ਨੇ, ਤੁਹਾਨੂੰ ਪਤਾ ਹੈ। ਕਲਾ ਵਰਤੀ, ਵੇਖਿਆ ਲੋਕ ਕੀ ਸੁਣਦੇ ਨੇ। ਮੈਨੂੰ ਕਈ ਵਾਰੀ ਕਈ ਸੱਜਣ ਕਹਿੰਦੇ ਨੇ ਜਿਵੇਂ ਲੋਕ ਸੁਣਦੇ ਨੇ ਉਸ ਤਰ੍ਹਾਂ ਬੋਲੋ। ਲੋਕ ਬਹੁਤੇ ਸੁਣਨ, ਭੀੜ ਬਹੁਤੀ ਸੁਣੇ। ਮੈਂ ਕਿਹਾ ਤੇ ਗੱਲ ਠੀਕ ਹੈ ਵੀ ਬੁਲਾਰੇ ਦਾ ਯਤਨ ਹੋਣਾ ਚਾਹੀਦਾ ਵੀ ਜਿੰਨੇ ਜ਼ਿਆਦਾ ਲੋਕ ਸੁਣਨ। ਇਹ ਚੰਗੀ ਗੱਲ ਹੈ, ਮਾੜੀ ਨਹੀਂ, ਕਿਉਂਕਿ ਕੋਈ ਸੁਣੇਗਾ ਤਾਂ ਹੀ ਅੰਦਰ ਜਾਏਗੀ ਨਾ ਗੱਲ। ਪਰ ਮੇਰੇ ਖਿਆਲ ਵਿੱਚ ਇੱਕ ਹੋਰ ਗੱਲ ਆਉਂਦੀ, ਜੇ ਅਸੀਂ ਲੋਕਾਂ ਦੀ ਗਿਣਤੀ ਦੇ ਅਨੁਸਾਰ ਬੋਲਣਾ ਹੈ ਤੇ ਫਿਰ ਕਲਾਕਾਰਾਂ ਵਿੱਚ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਗਾਉਂਦੇ ਨੇ, ਉਹਨਾਂ ਵਿੱਚ ਤੇ ਸਾਡੇ ਵਿੱਚ ਫਰਕ ਕੀ ਪੈ ਗਿਆ? ਫਿਰ ਉਹਨਾਂ ਵਿੱਚ ਸਾਡੇ ਵਿੱਚ ਕੋਈ ਫਰਕ ਨਹੀਂ ਰਿਹਾ। ਉਹਨਾਂ ਦਾ ਵੀ ਮਤਲਬ ਹੈ ਕਿੰਨੇ ਲੋਕ ਸੁਣਦੇ ਨੇ ਤੁਹਾਨੂੰ। ਤੁਸੀਂ
ਬੋਲਣਾ ਕੀ ਇਹਦਾ ਕੋਈ ਮਤਲਬ ਨਹੀਂ। ਉਹ ਬੋਲ ਦੇਣਾ ਜੋ ਕੋਈ ਸਮਾਜ ਨਾਲ ਜਿਹਦਾ ਸੰਬੰਧ ਨਹੀਂ। ਅਸ਼ਲੀਲ ਬੋਲਣਾ ਪਵੇ ਉਹਨਾਂ ਨੂੰ, ਉਹਨਾਂ ਗਾਉਣ ਵਜਾਉਣ ਵਾਲਿਆਂ ਨੂੰ, ਜੋ ਮਰਜ਼ੀ ਬੋਲਣਾ ਪਏ, ਕਦਰਾਂ ਕੀਮਤਾਂ ਤੋਂ ਟੁੱਟ ਕੇ, ਆਤਮਾ ਨੂੰ ਮਾਰ ਕੇ, ਗਲੀਚ ਹੋ ਕੇ। ਬਸ ਗੱਲ ਇੰਨੀ ਹੈ ਕਿ ਆਉਣ ਵਾਲਾ ਸਮਾਜ ਗਰਕ ਹੁੰਦਾ ਤੇ ਹੋਵੇ, ਸਾਡੀ ਜੇਬ ਵੱਡੇ ਨੋਟਾਂ ਨਾਲ ਭਰੀ ਹੋਣੀ ਚਾਹੀਦੀ। ਮਸਲਾ ਸਿਰਫ ਇੰਨਾ ਹੈ, ਹੋਰ ਕੋਈ ਮਸਲਾ ਨਹੀਂ। ਕਲਾਕਾਰ ਦੇ ਸਿਰ ਤੇ ਬੜੀ ਜ਼ਿੰਮੇਵਾਰੀ ਹੁੰਦੀ ਹੈ ਸਮਾਜ ਦੀ ਕਿ ਉਹ ਸਮਾਜ ਦੇ ਵਿੱਚ ਵੱਧਦੀਆਂ ਹੋਈਆਂ ਬੁਰਾਈਆਂ, ਨਸ਼ਿਆਂ ਨੂੰ ਰੋਕਣ ਦਾ ਯਤਨ ਕਰੇ ਆਪਣੇ ਬਿਆਨਾਤ ਦੇ ਰਾਹੀਂ। ਪਰ ਜਿਹੜੀ ਕਲਾਕਾਰੀ ਅਪਰਾਧਾਂ ਨੂੰ ਉਤਸ਼ਾਹਿਤ ਕਰਦੀ ਹੈ, ਜਿਹਦੇ ਵਿੱਚ ਗੱਲ ਹੀ ਗੰਡਾਸੇ ਦੀ, ਗੱਲ ਹੀ ਅਸ਼ਲੀਲਤਾ ਦੀ ਹੈ, ਜਿਹਦੇ ਵਿੱਚ ਗੱਲ ਹੀ ਨਸ਼ੇ ਦੀ ਆਉਂਦੀ, ਦਾਰੂ ਦੀ ਆਉਂਦੀ, ਉਹ ਕਲਾਕਾਰੀ ਕਿਵੇਂ ਸਮਾਜ ਨੂੰ ਸੇਧ ਦੇ ਸਕਦੀ? ਇਹ ਤੇ ਕਾਨੂੰਨ ਐਸਾ ਬਣਨਾ ਚਾਹੀਦਾ ਹੈ ਕਿ ਸਾਧ ਸੰਗਤ ਇੱਕ ਬੰਦਾ ਕਤਲ ਕਰਦਾ, ਦੂਜੇ ਦਿਨ ਉਹਨੂੰ ਹੱਥ ਕੜੀ ਲੱਗ ਜਾਂਦੀ ਹੈ, ਇਹਨੇ ਬੰਦੇ ਨੂੰ ਮਾਰ ਦਿੱਤਾ ਹੈ, ਕਤਲ ਕੀਤਾ ਹੈ। ਜਿੰਨੇ ਬੰਦੇ ਦੇ ਸਰੀਰ ਦਾ ਕਤਲ ਕੀਤਾ ਹੈ ਉਹਨੂੰ ਤੇ ਹੱਥ ਕੜੀ ਲੱਗਣੀ ਚਾਹੀਦੀ ਹੈ। ਜਿਹੜਾ ਬੰਦੇ ਦੀ ਇਨਸਾਨੀਅਤ ਨੂੰ ਅੰਦਰੋਂ ਕਤਲ ਕਰਦਾ ਉਹਨੂੰ ਵੀ ਹੱਥ ਕੜੀ ਲੱਗੇ। ਕੋਈ ਕਾਨੂੰਨ ਬਣੇ ਇਸ ਤਰ੍ਹਾਂ ਦਾ, ਤਾਂ ਇਹ ਚੀਜ਼ ਖੜੀ ਹੋਵੇਗੀ। ਸਮਝਾਇਆ ਨਹੀਂ, ਪਰ ਇਹ ਜਿਹੜਾ ਗੁਨਾਹ ਹੈ ਕਈ ਜਨਮਾਂ ਨਾਲ ਸੰਬੰਧਿਤ ਹੋ ਜਾਂਦਾ ਹੈ। ਕਿਸੇ ਦੀ ਅੰਦਰਲੀ ਜ਼ਿੰਦਗੀ ਨਾਲ ਖਿਲਵਾੜ ਕਰ ਦੇਣਾ, ਗਲਤ ਰਾਹ ਤੇ ਤੋਰ ਦੇਣਾ। ਤਾਂ ਇਹ ਜੋ ਧਰਮ ਦਾ ਉਪਦੇਸ਼ ਪਹਿਲਾ ਕੀ ਹੈ, ਉਹ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਜੇ ਅਸੀਂ ਕਵਾਂਗੇ ਤੇ ਉਹ ਸ਼ਬਦ ਮੈਂ ਤੁਹਾਡੇ ਨਾਲ ਸਾਂਝਾ ਕਰਿਆ। ਸਭ ਤੋਂ ਪਹਿਲਾਂ ਸਰੀਰ ਦੇ ਬਾਰੇ ਧਰਮੀ ਬੰਦਾ ਸਿੱਖੇ। ਕਬੀਰ ਜੀ ਕਹਿ ਰਹੇ ਨੇ, ਅਬ ਮਨ ਜਾਗਤ ਰਹੋ ਰੇ ਭਾਈ, ਗਾਫਲ ਹੋਏ ਕੈ ਜਨਮ ਗਵਾਇਓ, ਚੋਰ ਮੁਸਹਿ ਕਰ ਜਾਈ। ਫਿਰ ਇੱਕ ਹੋਰ ਗੱਲ ਸਰੀਰ ਦੀ ਕਹੀ ਬੜੀ ਪਿਆਰੀ, ਪੰਜ ਪਹਿਰੂਆ ਦਰ ਮੈਂ ਰਹਤੇ, ਤਿੰਨ ਕਾ ਨਹੀਂ ਪਤਿਆਰਾ। ਪੰਜ ਪਹਿਰੇਦਾਰ ਨੇ ਸਰੀਰ ਦੇ ਬਾਹਰ, ਜਿਵੇਂ ਅੱਖਾਂ ਬਾਹਰ ਵੇਖਦੀਆਂ ਨੇ, ਇਹ ਪਹਿਰੇਦਾਰ ਹੈ। ਇਹਦੇ ਵਿੱਚ ਗਿਆਨ ਇੰਦਰ ਹੈ ਜੋ ਦੱਸਦਾ ਕੌਣ ਆ ਰਿਹਾ ਹੈ। ਉਹਦੀ ਖਬਰ ਉਹਨੇ ਅੰਦਰ ਦਿਮਾਗ ਨੂੰ ਦੇਣੀ ਹੁੰਦੀ। ਰਾਹ ਵਿੱਚ ਇੱਕ ਮਨ ਖੜਾ ਹੈ, ਇੱਕ ਬੁੱਧੀ ਹੈ ਤੇ ਇੱਕ ਗਿਆਨ ਇੰਦਰਾ, ਇੱਕ ਕਰਮ ਇੰਦਰਾ। ਇਹਨਾਂ ਦੀ ਲੜੀ ਵੱਜੀ ਹੋਈ ਹੈ ਬਾਹਰ। ਅੰਦਰੋਂ ਅਸੀਂ ਬਾਹਰ ਵੇਖਦੇ ਹਾਂ ਕੌਣ ਆ ਰਿਹਾ ਬਾਹਰ। ਉਹ ਜਿਹੜਾ ਪਹਿਰੇਦਾਰ ਹੈ ਉਹਨੇ ਖਬਰ ਦੇਣੀ ਹੁੰਦੀ ਹੈ। ਜੇ ਤੂੰ ਪਹਿਲਾਂ ਬੁੱਧੀ ਕੋਲ ਜਾਏ ਤੇ ਬੁੱਧੀ ਜੁੜੀ ਹੋਵੇ ਪਿੱਛੇ ਨਾਮ ਨਾਲ, ਗੁਰੂ ਨਾਲ, ਫਿਰ ਤੂੰ ਜਿਹੜੀ ਬਾਹਰ ਚੀਜ਼ ਹੈ ਨਾ, ਜੇ ਅੱਗ ਬਲਦੀ ਹੈ ਤੇ ਮਨ ਦੀ ਤੇ ਅੱਖ ਹੀ ਕੋਈ ਨਹੀਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਸੁਣ ਮਨ ਅੰਧੇ ਕੁੱਤੇ ਕੁੜਿਆਰ। ਮਨ ਕਿਹਨੂੰ ਕਹਿੰਦੇ ਨੇ? ਜਿਹਦੀਆਂ ਦੋਵੇਂ ਅੱਖਾਂ ਖਤਮ, ਮਨ ਉਸ ਨੂੰ ਕਹਿੰਦੇ ਨੇ। ਇਹ ਜੇ ਗਿਆਨ ਇੰਦਰੇ ਦੋ ਪਾਸੇ ਰਲ ਜਾਂਦੇ ਨੇ। ਅੱਖ ਜੇ ਤੇ ਰਲ ਗਈ ਮਨ ਨਾਲ, ਉਹਨੇ ਖਬਰ ਦਿੱਤੀ ਮਨ ਨੂੰ ਬਈ ਬਾਹਰ ਅੱਗ ਬਲਦੀ, ਲੱਗਦਾ ਇੰਜ ਜਿਵੇਂ ਫੁੱਲ ਹੁੰਦਾ ਕਸੁੰਬੇ ਦਾ, ਲਾਲ ਰੰਗ ਹੈ। ਕਿਉਂਕਿ ਅੱਗ ਦਾ ਰੰਗ ਤੇ ਫੁੱਲ ਦਾ ਇੱਕੋ ਜਿਹਾ ਹੁੰਦਾ। ਤੁਸੀਂ ਬਾਹਰ ਵੇਖੋਗੇ ਫੁੱਲ ਖਿੜੇ ਨੇ, ਤੇ ਉਧਰ ਚੁੱਲ੍ਹੇ ਵਿੱਚ ਅੱਗ ਬਲਦੀ, ਰੰਗ ਦੋਵਾਂ ਦੇ ਇੱਕੋ ਜਿਹਾ, ਰੰਗ ਵਿੱਚ ਫਰਕ ਨਹੀਂ। ਪਰ ਉਹਨਾਂ ਚੀਜ਼ਾਂ ਦਾ ਨਿਖੇੜਾ ਕਰਦੀ ਬੰਦੇ ਦੀ ਬੁੱਧੀ ਕਿ ਇਹ ਫੁੱਲ ਹੈ, ਇਹ ਅੱਗ ਹੈ। ਅੱਗ ਹੱਥ ਸਾੜਦੀ, ਇਹ ਫੁੱਲ ਸੁਗੰਧੀ ਦਿੰਦਾ। ਇਸ ਤਰ੍ਹਾਂ ਜਦੋਂ ਬਾਹਰ ਜਿਹੜੀਆਂ ਚੀਜ਼ਾਂ ਰੰਗਦਾਇਕ ਨੇ, ਜਿਹੜੀਆਂ ਖਿੱਚਦਾਇਕ ਨੇ, ਉਹ ਹੈਣ ਤਾਂ ਅੱਗ, ਮਨ ਉਹਨਾਂ ਨੂੰ ਫੁੱਲ ਕਹਿੰਦਾ ਹੈ ਤੇ ਬੰਦਾ ਉਹਨਾਂ ਨੂੰ ਪ੍ਰਵਾਨ ਕਰ ਲੈਂਦਾ ਹੈ। ਪ੍ਰਵਾਨ ਕਰ ਲੈਂਦਾ ਜਦੋਂ ਅੰਦਰ ਉਹ ਚੀਜ਼ਾਂ ਨੂੰ ਵਰਤਣ ਲੱਗ ਪੈਂਦਾ। ਇਹ ਪੰਜੇ ਵਿਕਾਰ ਅੱਗ ਨੇ। ਤ੍ਰਿਸ਼ਨਾ ਅਗਨੀ ਹੈ, ਈਰਖਾ ਅੱਗ ਹੈ, ਪਰ ਲੱਗਦੀ ਬੜੀ ਸੋਹਣੀ ਜਿਵੇਂ ਫੁੱਲ ਖਿੜੇ ਨੇ। ਅਗਲਾ ਕਹਿੰਦਾ ਵੇਖੋ ਸੰਸਾਰ ਬਾਗ ਖਿੜਿਆ ਹੋਇਆ, ਫੁੱਲ ਖਿੜਿਆ ਹੋਇਆ, ਵਾਕਈ ਬਾਗ, ਇੱਥੇ ਅੱਗ ਦੇ ਫੁੱਲ ਬਣੇ ਹੋਏ ਨੇ। ਜਦੋਂ ਜਿਉਂ ਬੰਦਾ ਇਹਨਾਂ ਫੁੱਲਾਂ ਨੂੰ ਨੇੜੇ ਚਲਾ ਜਾਂਦਾ ਹੈ, ਹੱਥਾਂ ਵਿੱਚ ਫੜਨ ਦਾ ਯਤਨ ਕਰਦਾ ਹੈ, ਤਾਂ ਉਹ ਅੰਦਰਲਾ ਜੀਵਨ ਸੜਨਾ ਸ਼ੁਰੂ ਹੋ ਜਾਂਦਾ ਹੈ। ਅੰਦਰੋਂ ਇਨਸਾਨੀਅਤ ਸੜ ਜਾਂਦੀ ਹੈ, ਦਇਆ ਸੜ ਜਾਂਦੀ ਹੈ, ਜ਼ਮੀਰ ਸੜ ਜਾਂਦੀ ਹੈ ਬੰਦੇ ਦੀ ਅੰਦਰੋਂ। ਤੇ ਇਉਂ ਕਹੋ ਵੀ ਉਹਦਾ ਸੰਸਕਾਰ ਹੀ ਹੋ ਜਾਂਦਾ, ਇੱਕ ਸਰੀਰ ਤੁਰਿਆ ਫਿਰਦਾ। ਤਾਂ ਇਹ ਹੈ ਮਨ ਦੇ ਆਖੇ ਲੱਗਣ ਕਰਕੇ
कि उन्हें खबर ही ਜਿਹੜਾ ਪਹਿਰੇਦਾਰ ਸੀ ਉਹ ਹੀ ਰਲ ਗਿਆ ਚੋਰਾਂ ਨਾਲ। ਪੰਚ ਪਹਿਰੂਆ ਦਰ ਮੈਂ ਰਹਤੇ, ਇਹਨਾਂ ਦਰਾਂ ਵਿੱਚ, ਅੱਖਾਂ ਵਿੱਚ, ਮੂੰਹ ਵਿੱਚ, ਕੰਨਾਂ ਵਿੱਚ, ਦਰ ਦੇ ਅਰਥ ਨੇ ਦਰਵਾਜ਼ਿਆਂ ਵਿੱਚ ਰਹਿੰਦੇ ਨੇ। ਤਿਨਕਾ ਨਹੀਂ ਪਤਿਆਰਾ, ਉਹਨਾਂ ਦਾ ਪਤਿਆਰਾ ਦੇ ਅਰਥ ਨੇ ਵਿਸ਼ਵਾਸ ਕੋਈ ਨਹੀਂ, ਧੋਖੇਬਾਜ਼ ਨੇ, ਉਹ ਵਿਕ ਗਏ। ਉਹਨਾਂ ਨੇ ਚੋਰਾਂ ਨਾਲ ਸਾਂਝ ਬਣਾ ਲਈ, ਉਹ ਸਾਰਾ ਪ੍ਰਬੰਧ ਸਰੀਰ ਦਾ ਵਿਕਣ ਗਿਆ। ਜਦੋਂ ਪਹਿਰੇਦਾਰ ਹੀ ਰਲ ਗਏ ਤੇ ਫਿਰ ਬਾਕੀ ਕੀ ਰਹਿਣਾ, ਇਹਦੇ ਵਿੱਚ ਲੁੱਟਿਆ ਗਿਆ ਸਾਰਾ ਜੀਵਨ। ਪੰਚ ਪਹਿਰੂਆ ਦਰ ਮੈਂ ਰਹਤੇ, ਤਿਨਕਾ ਨਹੀਂ ਪਤਿਆਰਾ। ਚੇਤ ਸੁਚੇਤ ਚਿੱਤ ਹੋਏ ਰਹੋ, ਤਉ ਲੈ ਪ੍ਰਗਾਸ ਉਜਿਆਰਾ। ਤੂੰ ਆਪਣੇ ਜੀਵਨ ਵਿੱਚ ਗੁਰੂ ਕੇ ਸ਼ਬਦ ਦਾ ਦੀਵਾ ਬਾਲ ਕੇ ਰੱਖ, ਸੁਚੇਤ ਹੋ ਕੇ ਰਹੋ। ਅਖੀਰ ਤੇ ਕਿਆ ਕਬੀਰ ਸਾਹਿਬ ਕਹਿੰਦੇ, ਨੌ ਘਰ ਦੇਖ ਜੋ ਕਾਮਣ ਭੂਲੀ, ਬਸਤ ਅਨੂਪ ਨਾ ਪਾਈ। ਨੌ ਘਰ ਦੇਖ, ਨੌ ਦਰਵਾਜ਼ੇ ਵੇਖ ਕੇ ਨਾ ਕਾਮਣ, ਬੰਦੇ ਦੀ ਜਿਹੜੀ ਸੁਰਤੀ ਇਹ ਭੁੱਲ ਗਈ। ਨੌ ਦਰਵਾਜ਼ੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਨੌ ਦੁਆਰੇ ਅੱਖਾਂ, ਨੱਕ, ਕੰਨ ਆਦਿਕ, ਇਹਨਾਂ ਨੂੰ ਵੇਖ ਕੇ ਜੀਵਨ ਭੁੱਲ ਗਿਆ, ਖੁਆਰ ਹੋ ਗਿਆ, ਅਸਲੀ ਤੱਤ ਤੋਂ ਪਾਸੇ ਹੋ ਗਿਆ। ਕਬੀਰ ਸਾਹਿਬ ਕਹਿੰਦੇ, ਨੌ ਘਰ ਦੇਖ ਜੋ ਕਾਮਣ ਭੂਲੀ, ਬਸਤ ਅਨੂਪ ਨਾ ਪਾਈ। ਕਹਿਤ ਕਬੀਰ ਨਵੇਂ ਘਰ ਮੂਸੇ, ਦਸਵੇਂ ਤਤ ਚੁਆਈ। ਇਹ ਦੋਵੇਂ ਜਿਹੜਾ ਇਹਨਾਂ ਨਵਾਂ ਤੇ ਵਿਸ਼ਵਾਸ ਕਰ ਗਿਆ, ਉਹ ਲੁੱਟਿਆ ਗਿਆ ਜੀਵਨ ਵਿੱਚ। ਇਸ ਸ਼ਬਦ ਵਿੱਚ ਤੇ ਸਾਰੀ ਬਾਣੀ ਵਿੱਚ ਸਭ ਤੋਂ ਪਹਿਲਾਂ ਸਰੀਰ ਦਾ ਗਿਆਨ ਦਿੱਤਾ ਗਿਆ ਬੰਦੇ ਨੂੰ, ਕਿਉਂਕਿ ਸਰੀਰ ਪਹਿਲੀ ਚੀਜ਼ ਹੈ। ਮੈਂ ਸ਼ੁਰੂ ਵਿੱਚ ਕਿਹਾ ਸੀ, ਜਿਹੜੇ ਖਿਡਾਰੀ ਨੇ ਹਾਕੀ ਖੇਡਣੀ, ਉਹ ਸਭ ਤੋਂ ਪਹਿਲਾਂ ਗਰਾਊਂਡ ਦੇ ਵਿੱਚ ਚੰਗੀ ਤਰ੍ਹਾਂ ਗੇੜਾ ਲਾ ਕੇ ਵਹਿੰਦਾ ਵੀ ਕਿਤੇ ਉੱਚਾ ਨੀਵਾਂ ਤੇ ਨਹੀਂ, ਠੇਡਾ ਤੇ ਨਹੀਂ ਲੱਗੇਗਾ। ਪਹਿਲਾਂ ਤੇ ਧਰਮੀ ਬੰਦਾ ਸਰੀਰ ਨੂੰ ਸਾਧੇ ਚੰਗੀ ਤਰ੍ਹਾਂ। ਜਦੋਂ ਸਰੀਰ ਸਾਧਿਆ ਗਿਆ, ਉਹਦਾ ਸੌਣਾ, ਉੱਠਣਾ, ਜਾਗਣਾ, ਖਾਣਾ ਪੀਣਾ ਧਰਮ ਅਨੁਸਾਰ ਹੋ ਗਿਆ। ਹੁਣ ਉਸ ਗਰਾਊਂਡ ਦੇ ਵਿੱਚ ਨਾਮ ਦੀ ਖੇਡ ਖੇਡੇਗਾ। ਹੁਣ ਉਹਦੇ ਵਿੱਚ ਖੇਡੇਗਾ ਤੇ ਦੁਬਦਾ ਮੁੱਕੇਗੀ। ਤਾਂ ਹੀ ਸਾਹਿਬ ਨੇ ਕਿਹਾ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਬਲਾਏ। ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਇਹ ਹੈ ਖੇਡ। ਇਸ ਖੇਡ ਨੂੰ ਜੀਵਨ ਵਿੱਚ ਖੇਡ। ਤਾਂ ਪਹਿਲਾ ਜਿਹੜਾ ਤੱਤ ਸਭ ਤੋਂ ਹੈ ਸਰੀਰ ਦਾ ਗਿਆਨ, ਧਰਮੀ ਬੰਦੇ ਨੂੰ ਹੋਣਾ ਅਤ ਜ਼ਰੂਰੀ ਏ। ਦੂਸਰਾ ਸਰੀਰ ਦਾ ਗਿਆਨ, ਇਹ ਤੇ ਇੱਥੋਂ ਤੱਕ ਸਰੀਰ ਦੀ ਸੋਧ ਪਹਿਲਾ ਸ਼ਬਦ ਹੈ। ਸਰੀਰ ਸੋਧਣਾ ਚੰਗੀ ਤਰ੍ਹਾਂ। ਜਦੋਂ ਸਰੀਰ ਸੋਧਿਆ ਗਿਆ, ਉਹਦੇ ਤੋਂ ਬਾਅਦ ਫਿਰ ਦੂਜੀ ਗੱਲ ਸ਼ੁਰੂ ਹੋਈ। ਹੁਣ ਸਰੀਰ ਦੇ ਵਿੱਚ ਆਵਾਜ਼ ਸੁਣਨੀ, ਆਪਣਾ ਨਾਮ ਅੰਦਰੋਂ ਜਪਣਾ ਸਰੀਰ ਦੇ ਵਿੱਚੋਂ, ਕੰਨਾਂ ਰਾਹੀਂ ਸੁਣਨਾ, ਮੂੰਹ ਦੇ ਰਾਹੀਂ ਜਪਣਾ। ਦੂਜੀ ਕਿਰਿਆ ਪਹਿਲਾਂ ਇਹਨੂੰ ਸ਼ੁੱਧ ਕਰਾਂਗੇ ਤਾਂ ਹੈ। ਝੂਠੇ ਭਾਂਡੇ ਵਿੱਚ ਤਾਂ ਆਪਾਂ ਭੋਜਨ ਦੁੱਧ ਪਾ ਦਈਏ, ਉਹਦੇ ਕੋਈ ਅਰਥ ਨਹੀਂ ਨਾ ਨਿਕਲਦੇ। ਫਿਰ ਇਹ ਸਰੀਰ ਜਿਹੜਾ ਸਾਧ ਸੰਗਤ ਨਾਮ ਜਪਣ ਦੇ ਯੋਗ ਹੋ ਗਿਆ, ਨਾਮ ਜਪੇਗਾ, ਫਿਰ ਇਹਦੇ ਵਿੱਚ ਪਤਾ ਲੱਗੇਗਾ ਪੰਜ ਤੱਤ ਨੇ। ਫਿਰ ਜਿਹੜੇ ਲੋਕ ਅਸੀਂ ਮੋਹ ਵਿੱਚ ਫਸੇ ਹਾਂ ਸਰੀਰ ਦੇ, ਇਹਨੂੰ ਬੜਾ ਮੋਹ ਕਰਨੇ ਆ, ਉਹਨਾਂ ਦੇ ਸੰਬੰਧ ਵਿੱਚ ਦੂਜਾ ਗਿਆਨ ਦਿੱਤਾ ਸਰੀਰ ਦਾ। ਸਾਹਿਬ ਕਹਿੰਦੇ ਨੇ, ਇਹਨੂੰ ਚੰਗੀ ਤਰ੍ਹਾਂ ਵੇਖ, ਇਹ ਕਿੰਨਾ ਕੁ ਸਰੀਰ ਜੇ ਤਾਂ ਜੁੜੇ ਨਾਮ ਨਾਲ, ਆਪਣੀ ਕਿਰਤ ਕਰੇ, ਫਿਰ ਤੇ ਇਹਦੇ ਨਾਲ ਦੀ ਕੋਈ ਦੇਹ ਦੇ ਨਾਲ ਦੀ ਕੋਈ ਚੀਜ਼ ਨਹੀਂ। ਤੇ ਜੇ ਤੂੰ ਸਿਰਫ ਭੋਗੀ ਜੀਵਨ ਜਿਉਣਾ ਹੈ, ਫਿਰ ਤੈਨੂੰ ਪਤਾ ਰਹਿਣਾ ਚਾਹੀਦਾ ਤੇਰੇ ਨਾਲੋਂ ਪਸ਼ੂ ਚੰਗੇ ਨੇ। ਇਹ ਵੀ ਕਹਿ ਦਿੱਤਾ ਸਰੀਰ ਵਾਸਤੇ, ਇਹ ਵੀ ਕਹਿ ਦਿੱਤਾ ਹੱਡੀਆਂ ਦਾ, ਮਾਸ ਦਾ, ਨਾੜੀਆਂ ਦਾ ਪਿੰਜਰਾ। ਇਹ ਵੀ ਕਹਿਣਾ ਪਿਆ ਗੁਰਬਾਣੀ ਦੇ ਅੰਦਰ ਕਿ ਨਰੂ ਮਰੈ ਨਰ ਕਾਮ ਨਾ ਆਵੈ, ਪਸ਼ੂ ਮਰੈ 10 ਕਾਜ ਸਵਾਰੈ। ਪਸ਼ੂ ਮਰ ਗਿਆ, ਕਹਿੰਦੇ ਮਹਿੰਗਾ ਵਿਕ ਗਿਆ। ਪਸ਼ੂ ਮਰੇ ਤੇ ਤੁਸੀਂ ਵੇਖਿਆ ਉਹਦੀ ਚਮੜੀ ਵੀ ਵਿਕਦੀ, ਉਹਦੀਆਂ ਹੱਡੀਆਂ ਵੀ ਵਿਕਦੀਆਂ ਨੇ, ਮਾਸ ਉਹਦਾ ਕੰਮ ਆ ਜਾਂਦਾ। ਜਾਨਵਰ ਖਾ ਕੇ 2-4 ਦਿਨ ਗੁਜ਼ਾਰ ਲੈਂਦੇ ਨੇ, ਪਰ ਮਨੁੱਖ ਇਸ ਕੰਮ ਨਹੀਂ ਆਇਆ। ਵੈਸੇ ਵੀ ਜਿਉਂਦੇ ਮਨੁੱਖ ਨੂੰ ਜਾਂ ਕਿਸੇ ਦੀ ਮੌਤ ਹੋ ਜਾਏ
ਉਹਦੇ ਵਿੱਚ ਕਿੰਨਾ ਕੁ ਲੋਹਾ ਹੈ, ਸਰੀਰ ਦੇ ਵਿੱਚ ਹੈ ਸਾਰਾ ਕੁਝ, ਤਾਂਬਾ ਆਦਿਕ ਜੋ ਵੀ ਤੱਤ ਨੇ। ਕਹਿੰਦੇ ਨੇ ਜੇ ਕੱਢ ਕੇ ਵੇਚਣ ਜਾਈਏ ਤੇ ਬੰਦਾ ਵਿਕਦਾ 200-400 ਰੁਪਏ ਦਾ, ਇਸ ਤੋਂ ਵੱਧ ਪੱਲੇ। ਐਵੇਂ ਸਾਧ ਸੰਗਤ ਇਹ ਉੱਪਰ ਮੂੰਹ ਜਾ ਕਰਕੇ ਤੁਰਦਾ ਵੀ ਮੇਰੇ ਵਰਗਾ ਹੈ ਹੀ ਕੋਈ ਨਹੀਂ, ਇਹਦੇ ਵਿੱਚ ਕੱਖ ਵੀ ਨਹੀਂ ਹੈ। ਇਹ ਵਿਕਣ ਦੇ ਮਾਮਲੇ ਵਿੱਚ ਕੁਝ ਵੀ ਨਹੀਂ, ਪਸ਼ੂਆਂ ਤੋਂ ਬੜਾ ਥੱਲੇ ਹੈ। ਬੜੇ ਮਹਿੰਗੇ ਹਾਥੀ ਬੜਾ ਮਹਿੰਗਾ ਵਿਕਦਾ, ਹਰਨ ਬਹੁਤ, ਕਈ ਚੀਜ਼ਾਂ ਮਹਿੰਗੀਆਂ ਵਿਕਦੀਆਂ ਨੇ, ਚੁੱਕ ਕੇ ਲੈ ਜਾਂਦੇ ਨੇ। ਜਦੋਂ ਕੋਈ ਪਸ਼ੂ ਮਰੇ ਉਹਨੂੰ ਚੁੱਕ ਕੇ ਲੈ ਜਾਂਦੇ, ਕੋਈ ਉਹਨਾਂ ਦਾ ਖਤਰਾ ਨਹੀਂ, ਕਿਤੇ ਚੰਬੜ ਨਾ ਜਾਣ, ਬੇਪਰਵਾਹ ਨੇ। ਕਦੀ ਵੇਖਿਆ ਹੋਣਾ ਤੁਸੀਂ, ਕਿਤੇ ਵੀ ਨਹੀਂ ਹੋ ਤਾਂ ਆਦਮੀ ਨਹੀਂ ਵਿਕਦਾ। ਇਹਨੇ ਵਿਕਣਾ ਕੀ ਹੈ? ਤੇ ਜੇ ਤੁਸੀਂ ਮੌਤ ਹੋ ਜਾਏ ਕਿਸੇ ਦੀ ਤੇ ਗੱਡੀ ਵਿੱਚ ਪਾ ਕੇ ਬਾਜ਼ਾਰ ਵਿੱਚ ਗੇੜਾ ਦਿਓ, ਜੇ ਖਰੀਦਣਾ ਕਿਸੇ, ਲੋਕ ਬਾਜ਼ਾਰ ਛੱਡ ਕੇ ਭੱਜ ਜਾਣਗੇ, ਖਾਲੀ ਹੋ ਜਾਏਗਾ ਸਾਰਾ, ਵਿਕੇਗਾ ਨਹੀਂ। ਜੇ ਅੰਦਰ ਨਾਮ ਨਹੀਂ, ਯਾਦ ਨਹੀਂ ਰੱਬ ਦੀ, ਤੇ ਫਿਰ ਹਜ਼ੂਰ ਨੇ ਕਿਹਾ ਜਿਸ ਪਸ਼ੂ ਨੂੰ ਤੂੰ ਸਾਰਾ ਦਿਨ ਪਾਲਣਾ, ਗਊ ਨੂੰ ਤੂੰ ਪੱਠੇ ਪਾਉਣਾ, ਤੇਰੇ ਨਾਲੋਂ ਤੇ ਉਹ ਚੰਗੀ ਏ, ਪਰਾਲੀ ਖਾਂਦੀ ਏ ਤੇ ਦੁੱਧ ਦੇ ਦਿੰਦੀ ਏ। ਇਹ ਸਾਰਾ ਦਾ ਸਾਰਾ ਗਿਆਨ ਦੇਹ ਦਾ ਹੈ ਕਿ ਅਸੀਂ ਸਮਝ ਜਾਈਏ ਇਹ ਕੀ। ਗੁਰੂ ਨਾਨਕ ਸਾਹਿਬ ਨੇ ਕਿਹਾ ਪਸ਼ੂ ਮਿਲੈ ਚੰਗਿਆਈਆਂ, ਖੜ ਖਾਵੇਂ ਅੰਮ੍ਰਿਤ ਦੇ, ਖੜ ਦੇ ਅਰਥ ਨੇ ਘਾਹ, ਦੁੱਧ ਦਿੰਦੀਆਂ ਨੇ। ਨਾਮ ਵਿਹੂਣੇ ਆਦਮੀ ਧ੍ਰਿਗ ਜੀਵਨ ਕਰਮ ਕਰੇ। ਇਹ ਅੰਮ੍ਰਿਤ ਦਿੰਦੀਆਂ ਨੇ ਉਹ ਗਾਵਾਂ ਜਿਹੜੀਆਂ ਨੇ, ਮੱਝਾਂ ਨੇ, ਪਸ਼ੂ ਨੇ। ਪਰ ਮਨੁੱਖ ਉਹਨਾਂ ਨੂੰ ਖਾ ਕੇ ਕੀ ਕਰਦਾ? ਗੁਰੂ ਨਾਨਕ ਸਾਹਿਬ ਉਹਦਾ ਜਵਾਬ ਦਿੰਦੇ ਹੋਏ ਆਸਾ ਦੀ ਵਾਰ ਵਿੱਚ ਕਹਿੰਦੇ ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ ਪੰਜਵਾਂ ਪਾਇਆ ਕਿਰਤ। ਇਹ ਪੰਜ ਚੀਜ਼ਾਂ ਖਾਣੇ ਵਿੱਚ ਵਰਤੀਆਂ ਜਾਂਦੀਆਂ। ਬੈਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਕਿਰਤ, ਤਾਂ ਹੋਵਾ ਪਾਕ ਪਵਿੱਤ। ਪਾਪੀ ਸਿਉ ਤਨ ਗੱਡਿਆ, ਥੁੱਕਾਂ ਪਈਆਂ ਤਿੱਤ। ਬੰਦੇ ਨੇ ਖਾਧਾ, ਰੱਜ ਕੇ ਸੌਂ ਗਿਆ 12-1 ਵਜੇ ਤੇ ਸਵੇਰੇ 12 ਵਜੇ ਤੱਕ ਜਾਗ ਨਾ ਆਈ, ਪਸ਼ੂ ਬਣ ਗਿਆ, ਬਦਬੂ ਆਉਣ ਲੱਗ ਪਈ ਇਹਦੇ ਕੋਲੋਂ, ਹੈਵਾਨ ਤੋਂ ਵੀ ਨੀਵਾਂ ਚਲਾ ਗਿਆ। ਇਹ ਦਸ਼ਾ ਹੈ ਡਿੱਗੀ ਹੋਈ ਸਰੀਰ ਦੀ, ਜਿਹੜੀ ਆਪ ਜੀ ਨਾਲ ਮੈਂ ਸਾਂਝੀ ਕਰ ਰਿਹਾ। ਜਦੋਂ ਬੰਦਾ ਡਿੱਗ ਕੇ ਜਿਉਂਦਾ ਹੈ, ਇਹ ਉਹ ਹੈ। ਫਿਰ ਤਾਂ ਹੈਵਾਨ ਤੋਂ ਵੀ, ਪਸ਼ੂ ਤੋਂ ਵੀ, ਪ੍ਰੇਤਾਂ ਤੋਂ ਵੀ, ਮੁਗਧ ਤੋਂ ਵੀ ਭੈੜੀ ਦੇਹ ਬਣ ਗਈ, ਬਿਲਕੁਲ ਨੀਵੀਂ ਡਿੱਗ ਪਈ। ਹੋਰ ਇਹਦੀ ਨਿਵਾਨਤਾ ਦੇ ਬੜੇ ਪ੍ਰਮਾਣ ਆਉਂਦੇ ਨੇ। ਜੇ ਨਾਮ ਨਹੀਂ ਜਪਦਾ, ਇਹ ਦੇਹ ਕੀ ਹੈ? ਬਹੁਤ ਹੀ ਇਸ ਨੂੰ ਬੇਕਾਰ ਕਿਹਾ ਗਿਆ ਬਾਣੀ ਵਿੱਚ। ਪਰ ਜਿਨ੍ਹਾਂ ਨੇ ਇਹਨੂੰ ਵਰਤੋਂ ਵਿੱਚ ਲਿਆਂਦਾ ਹੈ, ਉਹਨਾਂ ਬਾਰੇ ਵੀ ਦੋਵੇਂ ਪੱਖ ਨੇ ਗੁਰਬਾਣੀ ਵਿੱਚ। ਇੱਕ ਬੜਾ ਪਿਆਰਾ ਸ੍ਰੀ ਰਾਗ ਦਾ ਬਚਨ ਹੈ, ਕਹਿੰਦੇ ਨਾਮ ਜਪਣ ਵਾਲੇ ਦਾ ਸਰੀਰ ਜਿਹੜਾ ਹੈ ਕੁੰਗੂ ਦਾ ਬਣ ਜਾਂਦਾ ਹੈ। ਕਾਇਆ ਜਿਹੜੀ ਹੈ ਨਾ, ਕੁੰਗੂ ਬੜਾ ਕਸਤੂਰੀ, ਬੜੀ ਸੁਗੰਧੀ ਉਹਦੇ ਵਿੱਚ, ਉਹਦੀ ਕਾਇਆ ਮਾਸ ਦੀ ਨਹੀਂ ਰਹਿੰਦੀ, ਦੂਜਿਆਂ ਨੂੰ ਨਹੀਂ ਪਤਾ ਲੱਗਦਾ, ਉਹਨੂੰ ਆਪ ਮਹਿਸੂਸ ਹੁੰਦਾ ਹੈ। ਉਹਦਾ ਆਪਣਾ ਤਜਰਬਾ ਹੁੰਦਾ ਹੈ ਕਿ ਕੁੰਗੂ ਕੀ ਕਾਇਆ। ਉਹਨੂੰ ਆਪਣੀ ਕਾਇਆ ਦੇ ਵਿੱਚੋਂ ਠੰਡ, ਕਾਇਆ ਦੇ ਵਿੱਚੋਂ ਸੁਗੰਧੀ ਐਸੀ ਕਿ ਇਹ ਕੁੰਗੂ ਤੇ ਕਹਿਣਾ ਪਿਆ ਨਾ, ਇਹ ਤੇ ਕਹਿਣਾ ਪਿਆ ਵੀ ਮੱਤ ਵਿੱਚ ਰਤਨ ਜਵਾਹਰ ਮਣ, ਹੋਰ ਕੀ ਕਹਿਣ। ਇਹਦਾ ਅਰਥ ਇਹ ਨਹੀਂ ਵੀ ਕੁੰਗੂ ਦੀ ਕਾਇਆ ਬਣਦੀ, ਇਹ ਤਾਂ ਹੋਰ ਕੋਈ ਚੀਜ਼ ਹੀ ਨਹੀਂ ਇੰਨੀ ਸੁਗੰਧਿਤ ਜਿਹਦਾ ਉਦਾਹਰਨ ਦਿੱਤਾ ਜਾਏ। ਤਾਂ ਕਿਹਾ ਗਿਆ ਉਹਨਾਂ ਦੀ ਕਾਇਆ ਕੁੰਗੂ ਦੀ ਬਣ ਗਈ। ਕੁੰਗੂ ਕੀ ਕਾਇਆ ਰਤਨਾ ਕੀ ਲਲਤਾ। ਲਲਤਾ ਕਹਿੰਦੇ ਨੇ ਜੇਬਾਂ ਨੂੰ। ਉਹਨਾਂ ਦੀ ਜ਼ੁਬਾਨ ਉਹਨਾਂ ਨੂੰ ਇੰਜ ਪ੍ਰਤੀਤ ਹੁੰਦੀ ਜਿਵੇਂ ਰਤਨ ਬਣ ਗਏ ਨੇ। ਅਗਰਵਾਸ ਤਨ ਸਾਸ, ਤੇ ਅਗਰਬੱਤੀ ਜਿਹੜੀ ਚੰਦਨ ਹੈ ਨਾ, ਉਹਨਾਂ ਦੇ ਸਵਾਸ ਕਹਿੰਦੇ ਚੰਦਨ ਵਰਗੇ ਬਣ ਜਾਂਦੇ, ਸੁਗੰਧਿਤ ਹੋ ਜਾਂਦਾ। ਸਾਰਾ ਜੀਵਨ ਆਨੰਦ ਨਾਲ ਭਰਿਆ ਜਾਂਦਾ ਹੈ ਜਿਹੜੇ ਨਾਮ ਨਾਲ ਜੁੜੇ। ਫਿਰ ਇਹੀ ਮਲ ਮੂਤਰ ਦੀ ਦੁਰਗੰਧਿਤ ਦੇਹੀ ਇੱਕ ਸੱਚਖੰਡ ਦਾ ਰੂਪ ਧਾਰਨ ਕਰ ਗਏ। ਇਹਦੇ ਵਿੱਚ ਸੱਚਖੰਡ ਬਣ ਗਿਆ।
फिर वो अपने आप तक सीमित नहीं रहिंदा वो मनुख। ਉਹਦੇ बारे गुरु ग्रंथ साहिब पातशाह कहते ने, कहते जिन्हां दे अंदर ये किरपा बख्शिश वरती है वो कहते ने कल्ले आप पवित्र नहीं, देही किसकी बापरी पवित्र होएगो ग्राम। वो पिंड भी ਉਹਦੀਆਂ तरंगां हर एक चीज़ ते प्रभाव पाउंदियां। संत दे अर्थ ये ने साध संगत। संत किनू कहंदे ने? संत दे अर्थ ने जिथों लंघे हवा बदल जाए, प्रभाव पवे, तुसी महसूस कर लेना। कुछ शरीर इस तरह दे ने जो बैठे होण कोल ते जदों उठ के चले जाण इंज लगदा कमरा खाली हो गया, निकल गया कुछ इथों, बाकी आपां सारे उत्ते बैठे हुन्ने आ। इंज लगा जिवें विचों सारा ही कुछ बाहर निकल गया। वो की निकल गया बाहर? उत्थे है कुछ, ਉਹਨੂੰ ਕਹਿੰਦੇ संत। नहीं तो आप सारे भीड़ की भीड़ इकट्ठी दुनिया में फिरदी है। एक होर बेनती करा, जिथे गुरु ग्रंथ साहिब पातशाह का प्रकाश होवे, गुरु ग्रंथ साहिब पातशाह जी की अपनी हवा है, तुसी ख्याल विच लै आउणा। किते दीवान सजिया होवे ते कई बारी समाप्ति हुंदी ते गुरु साहिब का स्वरूप सुख आसन करके पहलां लै जांदे ने। ये वेख लेना तजर्बे विच लिया। जदों गुरु साहिब का स्वरूप चला जाएगा इंज लगेगा भी इथों कुछ खाली हो गया है, जिवें होर तरह के मन एकदम इधर उधर जै होण लग पैण, किसी चीज़ ने प्रभाव पाया होया ना मन। इस तरह भी होया जिन्हां दे मन विच 1% भी भावना। मैं इस तरह के परिवार विदेश विच वेखे ने सवार के, जिस घर विच मैं रहा सतगुरां दा प्रकाश सी, बहुत वड्डे कमरे विच, पर बड़ा औखा है, सेवा करनी भी बहुत गाखड़ी। तो उन्होंने मैनू दसिया भी किवें गुरु ग्रंथ साहिब महाराज जी घर असी क्यों रखे ने। कहंदे असी कोई मिथ के नहीं सी रखिया। मैं क्या फिर की होया? कहंदे असी घर अखंड पाठ साहिब कराया सी। अखंड पाठ साहिब कराया ते 2 ही वो मैंबर ने, पति पत्नी। समाप्ति हुई, कीर्तन होया, लंगर छका दिता ते वो कहंदे ने कि गुरु ग्रंथ साहिब जी दे स्वरूप नूं जदों संतोख के सुख आसन करके जदों असी गुरुद्वारे छड्ड के आए ते परत के घर आए, इंज लगा जिवें घर विच है ही कुछ नहीं रहा, खाली हो गया घर। 1-2 दिन कहंदे कढ़िया बड़ी मुश्किल नाल, ते बीबियां दा मन होर सेंसिटिव हुंदा, वो ते रोना शुरू कर दिता उसने। ਉਹਦਾ रोण नहीं रुकदा भी मैं रहने नहीं इस घर विच। फिर कहंदे 1 हफ्ते बाद जिन्ना चिर प्रबंध करके गुरु साहिब का प्रकाश नहीं किया, टिका नहीं आया घर विच। हुण प्रकाश ये ठीक है भी जे प्रकाश करना, मैं कहना जिन्हां ने प्रकाश किए ने इस तरह के घर विच जाके वेखण प्रकाश किवें करीदा है। ये नहीं भी ਜਿਹੜੇ बाथरूम के नाल पौड़ियां चढ़दियां ਉਹਦੇ ਵਿੱਚ जी गुरु ग्रंथ साहिब जी का प्रकाश कर दिता है। ਇਹਦੇ ਨਾਲੋਂ ਸਾਨੂੰ वैसे बाणी पढ़नी चाहिए सैंचियां ते। गुरु साहिब का प्रकाश करना तो पूरी तरह उस ढंग नाल करिए। ये नहीं भी लेबल ही लाउणा ਜਿਹੜਾ आया जी वेखो साडे घर भी गुरु साहिब जी ने। जे करना है तो पूरे ढंग दे नाल, तरीके दे नाल, उस ढंग नाल कीता जाए तो फिर साध संगत उत्थे बरकतां ने, उत्थे प्रभाव है बाणी दा आसरा है। क्योंकि सब किछ तुध ही विच है मेरे साह। जो कुछ भी इस ब्रह्मंड विच है वो गुरु ग्रंथ साहिब पातशाह विच है। तां ये जिहड़ा 2 पक्षी ज्ञान दिता है शरीर दा, तन दा, ਉਹਦੇ ਵਿੱਚ तन ਦਾ एक ज्ञान ने दिता, कुंगू की काया रत्ना की ललता अगर वास तन सास 68 तीर्थ का मुख टिक्का तित घट मत विगास। ये शरीर की दशा तन की उन्हां दी बनी है। तो गुरु तेग बहादुर साहब सच्चे पातशाह जी बचन कर रहे ने, साहब कहंदे 5 तत्त को तन रचियो
जानो चतुर सुजान। हे चतुर, चतुर दा अर्थ है चलाक। सुजान, हे सियाणे मनुख। जानो, तू इस चीज़ नूं जान। मैं जिहड़े अर्थ पढ़े ने उहदे विच लिखिया होया कि तुसी जाणदे ही हो, पर इउं लगदा है असी नहीं जाणदे। जाणदे हुंदे ते ठीक ना चलदे। कित्थे जाणने आ जीवन बारे, कित्थे जाणे आ शरीर बारे। गुरु साहब कह रहे ने जानो। जानो दा अर्थ है जान लवो, समझ लवो इसनूं। तुसी अजे नहीं जाणिया। चतुर सुजान, वैसे बड़े चतुर हो, वैसे बड़े चलाक हो, वैसे बड़े सियाणे हो, पर तुसी जाणिया नहीं। हुण जानो तुहाडा तन की है। की है महाराज? कहंदे पांच तत्त को तन रचियो। पंज तत्त ने मिट्टी, हवा, अग्नि, पानी ते आकाश। इन्हां पंज तत्तां दी देह बनी है। इन्हां दा सूक्ष्म ते अस्थूल मिश्रण बनिया देह विच। पंज तत्त ने, पंजां तत्तां दा समा हुंदा वखरा वखरा। जिवें हुण सूरज चढ़िया, इहदा समा सूरज चढ़ गया। हुण साडे शरीर ते मन दे विच अग्नि तत्त दी परसेंटेज वध गई है। अग्नि तत्त दा मतलब है ध्यान बाहर मुखी होना, दौड़ना, तृष्णा पैदा हो जानी। सूरज दे चढ़दियां ही ध्यान खिलरदा है। अग्नि तत्त अंदर वधना शुरू हो जाता है। और फिर तां ही आदमी कारोबार इत्यादि कुदरत ने यह नेम बनाया। तां गुरु साहब ने कहा सूरज चढ़न तो पहला पहला पानी ते आकाश तत्त अमृत वेले दोवें ज्यादा होंदे ने शरीर विच। दोवें टिका बनाउंदे ने, ठंड विच रखदे ने मन। इसलिए उदों क्या नाम जपन लई। तां ही साहब कहंदे अमृत वेले बत्ते का बीजिया भगत खाए खर्च रहे नखुटै नाही। जेड़ा सवेरे बेच दिता वो नहीं खत्म हुंदा सारा दिन। फिर सवेरे सूरज चढ़े लगे रहो सारा दिन, कुछ नहीं बनती गल। वो सारा विच ही लमकदा रहेगा। कोई इधरों फोन आ गया, इधरों किसी ने बुला लिया, कोई कुछ हो गया, फिर नहीं होण देगा। बस वक्त ही इको है। वो वक्त केड़ा है जिन्हों कलगियां वाले पातशाह कहंदे रे मन ऐसो कर सन्यासा। बन से सदन सबै कर समझो मन ही माहे उदासा। जदों तेरा घर बन हुंदा है, सदन दे अर्थ ने घर, बन दे अर्थ ने जंगल। अपना घर जंगल कदों हुंदा है? साडा घर जंगल वांगू कदों हुंदा है? बस सवेरे हुंदा है। सब बस आपो अपने मंजियां ते इकट्ठे होके पे हुंदे ने, कोई नहीं हरकत। उस रात उस समय विच जंगल है, पर सानू ते जंगल चाहिए नहीं। असी ते दूसरे दंगल विच रहिंदे हां। जंगल की लोड़ ही नहीं। हुण ते धर्म भी दंगल ही बन गया। जिथे जिन्ना ज्यादा रौला होवे कहंदे उन्ना ज्यादा धर्म है। धर्म का की संबंध रौले नाल, दंगल नाल? इक्को ही ते चीज़ जिहड़ी बंदे नूं टिका देगी। जे उत्थे भी टिका नहीं आउणा ते होर कित्थे आउणा। इसलिए जंगल है धर्म, दंगल नहीं है। रौला नहीं है धर्म, वो टिका है। ਉਹਦੇ ਸਮੇਂ ਦੀ ਵਰਤੋਂ कर। सतगुरु कह रहे ने तू जान ये तन पंज तत्तां दा बनिया। जिह ते उपजियो नानका लीन ताहे मैं मान। और ये भी समझ लै तेरा शरीर पंज तत्तां विचों निकलिया, मिट्टी विचों निकलिया। मिट्टी तक ही इहदी यात्रा, इहदे तो अगे जा ही नहीं सकदा। इहदे तो अगे कित्थे जाएगा? इहदी दौड़ इस तो वध है ही नहीं। जिवें किसी गली का कोई राह ही बंद हो जाए। शरीर का अंत शमशान घाट तो अगे जा ही नहीं सकता। इहदा एंड है शमशान, उत्थों तक जा सकता है। उहदे तो पहला इहनूं जिन्ना मर्जी जिहड़े पासे मर्जी असीं वरत लईए वो साडी मर्जी है। जिन्हां तत्तां विचों ये निकलिया, गुरु तेग बहादुर साहब कहंदे जिह ते उपजियो नानका लीन ताहे मैं मान। ਉਹਦੇ ਵਿੱਚ ही लीन हो जाएगा। ये कहना चाहुंदे ने इस तो वध इहदी पाया नहीं। इहनूं समझ तू कुछ होर है, ये होर है। इहदे तो उच्चा उठ, ये तैनूं वाहन मिलिया यात्रा करन वास्ते। फिर हजूर ने अगले बचन कीते
12 ਨੰਬਰ ਸ਼ਲੋਕ ਵਿੱਚ ਕਹਿੰਦੇ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਹੁਣ ਫਿਰ ਘਟ ਇਹਨਾਂ ਸਰੀਰਾਂ ਸਾਰਿਆਂ ਵਿੱਚ, ਇਹਨਾਂ ਵਿੱਚ ਵਾਹਿਗੁਰੂ ਦਾ ਨਿਵਾਸ ਵੀ ਹੈ। 5 ਤੱਤ ਦਾ ਬਣਿਆ ਬਾਹਰ ਤੇ ਵਿੱਚ ਹੈ ਇਹਦੇ ਆਪ ਬੈਠਾ ਹੋਇਆ। ਇਹ ਉਹਦੀ ਕੋਠੜੀ ਹੈ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇੱਕ ਨਾ ਹੁਕਮ ਸਮਾਇਲੇ ਇੱਕ ਨਾ ਹੁਕਮੇ ਕਰੇ ਵਿਨਾਸ਼। ਇਹਦੇ ਵਿੱਚ ਆਪ ਹੀ ਇੱਕ ਇੱਕ ਸਰੀਰ ਵਿੱਚ, ਇੱਕ ਇੱਕ ਘਟ ਦੇ ਵਿੱਚ ਹਰ ਜੂ ਵਸੈ, ਪਰਮਾਤਮਾ ਹੀ ਵਸਦਾ ਹਰ ਜੂ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿੱਚ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਵਿੱਚ ਜੀ ਨੂੰ, ਜੱਜੇ ਨੂੰ ਬਿਹਾਰੀ ਦੇ ਥਾਂ ਤੇ ਇਹ ਸਾਧ ਸੰਗਤ ਦਲੌਂਕੜ ਵਰਤਿਆ ਗਿਆ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਵੀ ਕਹਿੰਦੇ ਨੇ ਉਹਨੂੰ ਜੂ ਵਰਤਦੇ। ਗੁਰੂ ਤੇਗ ਬਹਾਦਰ ਸਾਹਿਬ ਵੀ ਜੂ ਸ਼ਬਦ ਵਰਤਦੇ ਨੇ। ਭਾਸ਼ਾ ਹੈ, ਬੋਲੀ ਹੈ। ਘਟ ਘਟ ਮੈਂ ਹਰ ਜੂ ਵਸੈ, ਵਸਦਾ ਹੈ, ਨਿਰੰਤਰ ਰਹਿ ਰਿਹਾ। ਉਹਨੂੰ ਮਹਿਸੂਸ ਕਰਨਾ ਚਾਹੀਦਾ ਆਪਣੇ ਵਿੱਚੋਂ ਹੀ। ਸੰਤਨ ਕਹਿਓ ਪੁਕਾਰ, ਇਹ ਗੱਲ ਸੰਤਾਂ ਨੇ, ਜਿਨ੍ਹਾਂ ਨੇ ਤਜਰਬੇ ਕੀਤੇ ਨੇ, ਜਿਨ੍ਹਾਂ ਨੇ ਆਪਣੇ ਹੀ ਦੇਹ ਦੇ ਵਿੱਚੋਂ, ਆਪਣੇ ਹੀ ਸਰੀਰ ਦੇ ਵਿੱਚੋਂ ਉਹਨੂੰ ਜਾਣਿਆ ਹੈ, ਪ੍ਰਤੀਤ ਕੀਤਾ। ਉਹਨਾਂ ਨੇ ਇਹ ਗੱਲ ਪੁਕਾਰ ਕੇ ਕਹੀ ਹੈ ਕਿ ਪਰਮਾਤਮਾ ਦੇਹ ਦੇ ਵਿੱਚ ਨਿਵਾਸ ਰੱਖ ਰਿਹਾ, ਉਹਨੂੰ ਪ੍ਰਤੀਤ ਕਰ, ਉਸ ਨੂੰ ਵੇਖ। ਇਸ ਕਰਕੇ ਇਹ ਸਾਵਧਾਨਤਾ ਚਾਹੀਦੀ ਹੈ ਜਿਹਦੇ ਵਿੱਚ ਪਰਮਾਤਮਾ ਵਸਦਾ, ਉਸ ਦੇਹ ਦਾ ਸੰਤੁਲਨ ਠੀਕ ਰਹਿਣਾ ਚਾਹੀਦਾ। ਉਹਦਾ ਬੋਲਣਾ, ਵੇਖਣਾ, ਸੁਣਨਾ ਸਭ ਕੁਝ ਸ਼ੁੱਧ ਹੋਣਾ ਚਾਹੀਦਾ। ਫਿਰ ਸਾਹਿਬ ਅੱਗੇ ਬਚਨ ਕਹਿੰਦੇ ਕਹੋ ਨਾਨਕ ਤੇ ਭਜ ਮਨਾ। ਉਹ ਵਾਹਿਗੁਰੂ ਜਿਹੜਾ ਸਾਰਿਆਂ ਸਰੀਰਾਂ ਵਿੱਚ ਤੇ ਤੇਰੇ ਸਰੀਰ ਵਿੱਚ ਨਿਵਾਸ ਪਿਆ ਰੱਖਦਾ, ਉਹਦਾ ਭਜਨ ਕਰ। ਹੇ ਮੇਰੇ ਮਨ, ਉਹਦਾ ਸਿਮਰਨ ਕਰ। ਸਿਮਰਨ ਨਾਲ ਕੀ ਹੋਵੇਗਾ? ਕਹਿੰਦੇ ਭਉ ਨਿਧ ਉਤਰੈ ਹੈ ਪਾਰ। ਤੂੰ ਇਸ ਡਰ ਦੇ ਸਮੁੰਦਰ ਨੂੰ ਪਾਰ ਕਰ ਜਾਏਗਾ। ਭੈ, ਸਭ ਤੋਂ ਵੱਡਾ ਦੁੱਖ ਹੈ ਬੰਦੇ ਦਾ ਭੈ, ਚਿੰਤਾ ਕਾਹਦੀ ਏ? ਚਿੰਤਾ ਹੈ ਜੀਵਨ ਦੀ, ਚਲਾ ਜਾਏਗਾ। ਇਹਦੇ ਤੋਂ ਡਰਿਆ ਹੋਇਆ। ਕੁਝ ਮਨੁੱਖ ਡਰਦੇ ਨੇ, ਕੁਝ ਇਸ ਡਰ ਨੂੰ ਦਬਾ ਕੇ ਰੱਖਦੇ ਨੇ। ਇਹ ਡਰ ਹੈ ਸਭ ਕੁਝ। ਇਸੇ ਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਹਰ ਜੂ ਰਾਖ ਲਿਓ ਪਤ ਮੇਰੀ, ਜਮ ਕੋ ਤਰਾਸ ਭਇਓ ਉਰ ਅੰਤਰ ਸ਼ਰਨ ਗਹੀ ਕਿਰਪਾ ਨਿਧ ਤੇਰੀ। ਇਹ ਹੈ ਡਰ। ਜਿੰਨੀ ਪ੍ਰਕਾਰ ਦੇ ਡਰ ਨੇ ਮਨੁੱਖ ਦੇ ਮਨ ਵਿੱਚ, ਉਹਨਾਂ ਦਾ ਮੂਲ ਹੈ ਕਿ ਇਹਨੇ ਹਰ ਇੱਕ ਚੀਜ਼ ਨੂੰ ਪਕੜਿਆ ਹੋਇਆ ਕਿ ਮੇਰੇ ਤੋਂ ਛੁੱਟ ਨਾ ਜਾਏ, ਮੇਰੇ ਤੋਂ ਛੁੱਟ ਨਾ ਜਾਏ। ਇਹੀ ਡਰ ਹੈ ਬਸ, ਹੋਰ ਕੁਝ ਨਹੀਂ। ਇਸ ਕਰਕੇ ਡਰ ਉਹਨਾਂ ਦੇ ਖਤਮ ਹੋਏ ਜਿਨ੍ਹਾਂ ਨੇ ਸਭ ਕੁਝ ਛੱਡ ਹੀ ਦਿੱਤਾ। ਪਹਿਲੇ ਡਰ ਖਤਮ ਹੋ ਗਿਆ, ਕਿਹਨੂੰ ਫੜਨਾ? ਤੇ ਜਦੋਂ ਛੱਡ ਦਿੱਤਾ ਉਦੋਂ ਡਰ ਖਤਮ ਹੋਏ, ਤੇ ਡਰ ਦੇ ਵਿੱਚੋਂ ਚਿੰਤਾ ਪੈਦਾ ਹੁੰਦੀ, ਚਿੰਤਾ ਵੀ ਖਤਮ ਹੋ ਗਈ, ਚਿੰਤਾ ਖਤਮ ਹੋ ਗਈ ਤੇ ਦੁੱਖ ਚਲਾ ਗਿਆ। ਇਹ ਹੈ ਸੁਖੀ ਮਨੁੱਖ। ਜਿੰਨਾ ਮਨੁੱਖ ਪਕੜ ਵਾਲਾ ਹੈ ਉਹਨਾਂ ਦੁਖੀ ਹੈ। ਜਿੰਨਾ ਚੰਬੜਿਆ ਹੋਇਆ ਹੈ, ਹਰ ਇੱਕ ਚੀਜ਼ ਨੂੰ ਫੜ ਕੇ ਰੱਖਿਆ, ਮੇਰੇ ਤੋਂ ਬਿਨਾ, ਮੇਰੇ ਪੁੱਛਣ ਤੋਂ ਬਿਨਾ ਕਿਉਂ ਹੈ। ਠੀਕ ਹੈ, ਕੁਝ ਚੀਜ਼ਾਂ ਨੇ ਸੰਸਾਰ ਦੀਆਂ ਜਿਹੜੀਆਂ ਵਕਤੀ ਤੌਰ ਤੇ ਉਹ ਉਪਰਾਲੇ ਜ਼ਰੂਰ ਕਰਨੇ ਪੈਂਦੇ, ਪਰ ਉਹ ਇੱਕ ਖੇਡ ਹੈ। ਇਹ ਨਾ ਕਿਸੇ ਦੇ ਹੱਥਾਂ ਵਿੱਚ ਅੱਜ ਤੱਕ ਫੜਿਆ ਗਿਆ। ਸਿਕੰਦਰ ਨੇ ਵੀ ਬਾਹਰ ਤਾਂ ਹੀ ਹੱਥ ਕੱਢੇ ਸਨ। ਉਹਦਾ ਅਰਥ ਦੱਸਣਾ ਚਾਹੁੰਦਾ ਸੀ, ਮੈਂ ਬੜਾ ਕੁਝ ਫੜਿਆ ਪਰ ਵੇਖੋ ਕੁਝ ਵੀ ਨਹੀਂ ਫੜਿਆ ਗਿਆ, ਸਭ ਕੁਝ ਛੁੱਟ ਗਿਆ। ਪਕੜਿਆ ਬਹੁਤ ਕੁਝ ਵੀ ਨਹੀਂ ਰਿਹਾ। ਇਸ ਤਰ੍ਹਾਂ ਕਹਿੰਦੇ ਇਸ ਡਰ ਦੇ ਸਮੁੰਦਰ ਨੂੰ, ਜੋ ਨਿਰੰਤਰ ਇਹ ਹੈ ਕਿ ਕਿਤੇ ਛੁੱਟ ਨਾ ਜਾਏ, ਘਟ ਨਾ ਜਾਏ ਸਭ ਕੁਝ, ਇਹ ਸਾਰਾ ਡਰ ਨਸ਼ਟ ਹੋ ਜਾਂਦਾ। ਕਾਹਦੇ ਨਾਲ? ਜੇ ਉਸ ਦਾ ਸਿਮਰਨ ਕੀਤਾ ਜਾਏ, ਜੇ ਉਹਦੇ ਨਾਲ ਪਿਆਰ ਕੀਤਾ ਜਾਏ। ਗੁਰੂ ਤੇਗ ਬਹਾਦਰ ਸਾਹਿਬ ਜੀ ਕਿਰਪਾ ਕਰ ਰਹੇ ਨੇ। ਆਓ ਆਨੰਦ ਸਾਹਿਬ।